ਇਹਨਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatratedispatching.com। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਇੱਕ ਹੋਰ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜੀ ਕਿ ਫੈਕਟਰਿੰਗ ਦੇ ਉੱਤੇ ਡਿਪੈਂਡ ਹੋਏਗੀ। ਫੈਕਟਰਿੰਗ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ ਕਿ ਫੈਕਟਰਿੰਗ ਕੀ ਹੈ ਔਰ ਕਦੋਂ ਕਰਨੀ ਚਾਹੀਦੀ ਹੈ, ਫੈਕਟਰਿੰਗ ਕਰਨ ਵੇਲੇ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕੀ ਕੁਐਸਚਨਸ ਜਿਹੜੇ ਆ ਫੈਕਟਰਿੰਗ ਕੰਪਨੀ ਨੂੰ ਪੁੱਛੇ ਜਾਣੇ ਚਾਹੀਦੇ ਆ ਔਰ ਕਿਸ ਤਰ੍ਹਾਂ ਇਹਦੇ ਰੇਟਸ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਤੈਅ ਹੁੰਦੀਆਂ, ਉਹ ਅੱਜ ਆਪਾਂ ਇਸ ਸੀਰੀਜ਼ ਦੇ ਵਿੱਚ ਸ਼ੁਰੂ ਕਰਦੇ ਹਾਂ, ਜਿਹਦਾ ਕਿ ਪਹਿਲਾ ਐਪੀਸੋਡ ਆਪਾਂ ਬੌਬੀ ਢਿੱਲੋਂ ਹੁਣੀ ਜਿਹੜੇ ਰੈਵੋਲੂਸ਼ਨ ਫੰਡਿੰਗ ਤੋਂ ਹੈਗੇ, ਬੈਰਨ ਫਾਈਨਾਂਸ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬੌਬੀ ਭਾਜੀ। ਸਤਿ ਸ਼੍ਰੀ ਅਕਾਲ ਰਮਨ ਭਾਜੀ। ਇੱਕ ਵਾਰੀ ਤੁਸੀਂ ਆਪਣਾ ਕੰਪਨੀ ਦਾ ਤੇ ਆਪਣਾ ਜਿਹੜਾ ਬੈਕਗਰਾਊਂਡ ਦਾ ਥੋੜ੍ਹਾ ਜਿਹਾ ਵੇਰਵਾ ਦੇ ਦਿਓ। ਹਾਂਜੀ, ਮੈਂ ਬੌਬੀ ਢਿੱਲੋਂ, ਬੈਰਨ ਫਾਈਨਾਂਸ ਕੈਲੀਫੋਰਨੀਆ ਇੰਕ, DBA ਰੈਵੋਲੂਸ਼ਨ ਕੈਪੀਟਲ, ਤੇ ਮੈਂ ਫਰੀਜ਼ਨੋ ਬੇਸਡ ਹਾਂ। 2004 ਵਿੱਚ ਇੱਥੇ ਫਰੀਜ਼ਨੋ ਆਇਆ ਸੀ ਤੇ ਉਦੋਂ ਤੋਂ ਫਰੀਜ਼ਨੋ ਵਿੱਚ ਹੀ ਰਹਿ ਰਿਹਾ। ਮੈਂ ਟਰੱਕਿੰਗ ਕੰਪਨੀ ਵਿੱਚ ਐਜ਼ ਏ ਅਕਾਊਂਟੈਂਟ ਕੰਮ ਕਰਦਾ ਰਿਹਾ ਤੇ ਉਦੋਂ ਬਾਅਦ ਮੈਂ ਆਪਣੀ ਫੈਕਟਰਿੰਗ ਕੰਪਨੀ ਸਟਾਰਟ ਕੀਤੀ ਜੀ, ਕਿਉਂਕਿ ਮੈਂ ਦੇਖਿਆ ਵੀ ਕਾਫੀ ਲੋਕਾਂ ਨੂੰ ਲੋੜ ਪੈਂਦੀ ਹੈ ਤੇ ਆਪਣੀ ਪੰਜਾਬੀ ਕਮਿਊਨਿਟੀ ਕਾਫੀ ਹੈਗੀ ਹੈ ਇਸ ਬਿਜ਼ਨਸ ਦੇ ਵਿੱਚ, ਟਰੱਕਿੰਗ ਵਿੱਚ, ਤੇ ਇਸ ਕਰਕੇ ਉਹਨਾਂ ਨੂੰ ਹੈਲਪ ਕਰਨ ਲਈ ਮੈਂ ਹਮੇਸ਼ਾ ਤਿਆਰ ਹਾਂ ਜੀ। ਬਿਲਕੁਲ, ਜਿੱਦਾਂ ਕਿ ਫੈਕਟਰਿੰਗ ਇੱਕ ਐਸਾ ਮੁੱਦਾ ਵੀ ਹੈਗਾ ਕਿ ਫੈਕਟਰਿੰਗ ਜਿੱਥੇ ਫੈਕਟਰਿੰਗ ਦਾ ਨਾਂ ਜਾਂਦਾ, ਕਈ ਵਾਰੀ ਕਈ ਬੰਦੇ ਜਿਹੜੇ ਆ ਉਹ ਫੈਕਟਰਿੰਗ ਨੂੰ ਨਹੀਂ ਸਮਝ ਪਾਉਂਦੇ ਵੀ ਫੈਕਟਰਿੰਗ ਕੀ ਆ ਜਾਂ ਕਿੱਦਾਂ ਕੀਤੀ ਜਾਂਦੀ ਆ, ਕਿਉਂ ਕੀਤੀ ਜਾਂਦੀ ਆ। ਸੋ ਇੱਕ ਪਹਿਲਾ ਜਿਹੜਾ ਮੇਰਾ ਕੁਐਸਚਨ ਹੋਊਗਾ ਤੁਹਾਨੂੰ ਇਹ ਹੋਊਗਾ ਕਿ ਫੈਕਟਰਿੰਗ ਕੀ ਆ। ਹਾਂਜੀ, ਫੈਕਟਰਿੰਗ ਨੂੰ ਕਈ ਤਰੀਕੇ ਨਾਲ ਦੱਸਿਆ ਜਾ ਸਕਦਾ ਜੀ। ਨੋਰਮਲੀ ਆਪਾਂ ਇਹ ਲੇਮੈਨ ਟਰਮ 'ਚ ਇਹ ਕਹਿ ਸਕਦੇ ਹਾਂ ਵੀ ਤੁਸੀਂ ਲੋਡ ਡਿਲੀਵਰ ਕੀਤਾ, ਤੁਹਾਨੂੰ ਪੈਸੇ ਚਾਹੀਦੇ ਆ ਤੇ ਰਾਈਟ ਵੇ ਪੈਸੇ ਲੈਣੇ ਆ, ਤੁਸੀਂ ਫੈਕਟਰਿੰਗ ਕਰਵਾ ਸਕਦੇ ਆ ਜੀ। ਕਈ ਇਹਨੂੰ ਕੁਇਕ ਪੇ ਕਹਿੰਦੇ ਆ, ਪਰ ਕੁਇਕ ਪੇ ਨੋਰਮਲੀ ਉਹ ਹੁੰਦੀ ਆ ਜਦੋਂ ਤੁਸੀਂ ਬ੍ਰੋਕਰ ਤੋਂ ਸਿੱਧੇ ਪੈਸੇ ਲੈਂਦੇ ਆ, ਉਹਨੂੰ ਕਹਿੰਦੇ ਕੁਇਕ ਪੇ। ਪਰ ਜਦੋਂ ਤੁਸੀਂ ਫੈਕਟਰਿੰਗ ਕਰਵਾਉਣੀ ਆ ਕਿਸੇ ਕੋਲ ਤਾਂ ਉਹਨੂੰ ਕਹਿੰਦੇ ਆ ਫੈਕਟਰਿੰਗ। ਇਹਨੂੰ ਹੋਰ ਵੀ ਕਈ ਤਰੀਕਿਆਂ ਨਾਲ ਦੱਸਿਆ ਜਾਂਦਾ ਆ। ਕੋਈ ਇਹਨੂੰ ਅਕਾਊਂਟ ਰਿਸੀਵੇਬਲ ਫਾਈਨੈਂਸਿੰਗ ਕਹਿੰਦਾ ਆ, ਕੋਈ ਅਕਾਊਂਟ ਰਿਸੀਵੇਬਲ ਪਰਚੇਜਿੰਗ ਕਹਿੰਦਾ ਆ, ਪਰ ਸਿੰਪਲ ਲੇਮੈਨ ਟਰਮ ਇਹ ਆ ਵੀ ਤੁਸੀਂ ਲੋਡ ਡਿਲੀਵਰ ਕੀਤਾ ਆ, ਤੁਹਾਨੂੰ ਸੇਮ ਡੇ ਪੈਸੇ ਚਾਹੀਦੇ ਆ ਤੇ ਫੈਕਟਰਿੰਗ ਕੰਪਨੀਆਂ ਤੁਹਾਨੂੰ ਉਹਦੇ ਵਿੱਚ ਹੈਲਪ ਕਰਦੀਆਂ। ਸੋ ਜਿੱਦਾਂ ਬੇਸਿਕਲੀ ਇਹ ਹੋ ਗਿਆ ਕਿ ਜਿਹੜੀ ਆਪਣੀ ਵਰਕਿੰਗ ਕੈਪੀਟਲ ਹੈਗਾ ਆ, ਉਹਨੂੰ ਮੇਨਟੇਨ ਕਰਨ ਨੂੰ ਕਹਿ ਸਕਦੇ ਆ ਕਿ ਜਿਹੜੀ ਫੈਕਟਰਿੰਗ ਹੈਗੀ ਉਹ ਯੂਜ਼ ਕੀਤੀ ਜਾਂਦੀ ਆ। ਹਾਂਜੀ, ਫੈਕਟਰਿੰਗ ਦੀ ਤੁਹਾਨੂੰ ਲੋਡ ਉਦੋਂ ਹੀ ਪੈਂਦੀ ਆ ਜਦੋਂ ਤੁਹਾਨੂੰ ਕੈਸ਼ ਫਲੋ ਕਰੰਚ ਆ, ਤੁਸੀਂ ਲੋਡ ਬੁੱਕ ਕੀਤੇ ਆ, ਤੁਹਾਡੇ ਜਿਹੜੇ ਖਰਚੇ ਆ ਉਹ ਰਾਈਟ ਵੇ ਤੁਹਾਨੂੰ ਕਰਨੇ ਪੈਣੇ ਆ। ਤੁਸੀਂ ਵੇਟ ਨਹੀਂ ਕਰ ਸਕਦੇ ਵੀ ਤੁਹਾਨੂੰ ਬ੍ਰੋਕਰ ਤੋਂ 30, 35, 40, 50 ਦਿਨਾਂ ਦੇ ਵਿੱਚ ਪੇਮੈਂਟ ਆਵੇ, ਤੇ ਇਸ ਕਰਕੇ ਕਿਉਂਕਿ ਤੁਹਾਨੂੰ ਪੈਸੇ ਰਾਈਟ ਵੇ ਚਾਹੀਦੇ ਆ, ਤੇ ਇਸ ਕਰਕੇ ਤੁਹਾਨੂੰ ਫੈਕਟਰਿੰਗ ਦੀ ਲੋੜ ਆ, ਕੈਸ਼ ਫਲੋ ਦੀ ਲੋੜ ਆ। ਤੁਸੀਂ ਡਰਾਈਵਰ ਨੂੰ ਪੇ ਕਰਨਾ ਆ, ਰਿਪੇਅਰ ਆ, ਤੁਹਾਡੇ ਟਰੱਕ ਦੀ ਕਿਸ਼ਤ ਜਾਣੀ ਆ, ਟ੍ਰੇਲਰ ਦੀ ਕਿਸ਼ਤ ਜਾਣੀ ਆ, ਇੰਸ਼ੋਰੈਂਸ ਦੀ ਕਿਸ਼ਤ ਜਾਣੀ ਆ, ਇਸ ਕਰਕੇ ਤੁਹਾਨੂੰ ਪੈਸੇ ਰਾਈਟ ਵੇ ਚਾਹੀਦੇ ਹੁੰਦੇ ਆ। ਸੋ ਬੇਸਿਕਲੀ ਜਿਹੜਾ ਕੈਸ਼ ਫਲੋ ਹੈਗਾ ਉਹਨੂੰ ਮੇਨਟੇਨ ਕਰਨ ਦੇ ਲਈ, ਜਿਹੜਾ ਕਰੰਟ ਜਿਹੜੀ ਤੁਹਾਡੀ ਨੀਡਸ ਹੈਗੀਆਂ ਉਹਨੂੰ ਪੂਰੀਆਂ ਕਰਨ ਦੇ ਲਈ ਇਹ ਜਿਹੜੀ ਆ ਫੈਕਟਰਿੰਗ ਹੈ ਯੂਜ਼ ਕੀਤੀ ਜਾਂਦੀ ਆ। ਪਰ ਕਈ ਵਾਰੀ ਦੇਖਿਆ ਨਹੀਂਗਾ ਕਿ ਲੋਕੀ ਬਹੁਤ ਡਿਪੈਂਡੈਂਟ ਹੋ ਜਾਂਦੇ ਆ ਫੈਕਟਰਿੰਗ ਤੇ ਉਹ ਕੈਸ਼ ਕਰੰਚ ਜਿਹੜਾ ਆ ਉਹ ਹਮੇਸ਼ਾ ਦੀ ਇੱਕ ਆਦਤ ਬਣ ਜਾਂਦੀ ਆ। ਨਹੀਂ, ਉਹਦੇ ਵਿੱਚ ਤੁਹਾਡੇ ਤੇ ਆ ਵੀ ਤੁਸੀਂ ਕਰਨਾ ਕੀ ਚਾਹੁੰਦੇ ਆ। ਜੇ ਤੁਸੀਂ ਬਿਜ਼ਨਸ ਆਪਣਾ ਇੱਕ ਲੈਵਲ ਤੱਕ ਰੱਖਣਾ ਆ ਵੀ ਹਾਂਜੀ ਮੈਂ 10 ਟਰੱਕ ਹੀ ਰਨ ਕਰਨੇ ਆ, ਮੈਂ 5 ਹੀ ਕਰਨੇ ਆ, ਤੇ ਤੁਸੀਂ ਬਿਨਾਂ ਫੈਕਟਰਿੰਗ ਤੋਂ ਵੀ ਉਹ ਰਨ ਕਰ ਸਕਦੇ ਆ। ਜਦੋਂ ਤੁਹਾਡਾ ਕੈਸ਼ ਫਲੋ ਉਨਾ ਕੁ ਹੋ ਜਾਂਦਾ ਤੁਹਾਡੇ ਕੋਲ ਵੀ ਤੁਸੀਂ ਰਨ ਕਰ ਸਕਦੇ ਆ ਜੀ। ਪਰ ਜੇ ਤੁਸੀਂ ਇਹ ਚਾਹੁੰਦੇ ਆ ਵੀ ਤੁਸੀਂ ਲਗਾਤਾਰ ਗਰੋ ਹੁੰਦੇ ਰਹਿਣਾ ਆ, ਅੱਜ ਤੁਸੀਂ 2 ਟਰੱਕਾਂ ਤੋਂ ਸ਼ੁਰੂ ਕੀਤਾ, ਕੱਲ੍ਹ ਨੂੰ 5 ਕਰਨੇ ਆ, ਫਿਰ 10 ਕਰਨੇ ਆ, ਫਿਰ 20 ਕਰਨੇ ਆ, ਤੇ ਉਹਦੇ ਵਿੱਚ ਨੋਰਮਲੀ ਤੁਸੀਂ ਆਪਣੇ ਕੈਸ਼ ਫਲੋ ਨਾਲ ਵੀ ਨਹੀਂ ਕੰਮ ਚਲਾ ਸਕਦੇ ਤੇ ਬੈਂਕਾਂ ਵੀ ਤੁਹਾਨੂੰ ਜ਼ਿਆਦਾ ਹੈਲਪ ਨਹੀਂ ਕਰ ਸਕਦੀਆਂ। ਬੈਂਕਾਂ ਵੀ ਤੁਹਾਨੂੰ ਉਦੋਂ ਹੈਲਪ ਕਰਦੀਆਂ ਜਦੋਂ ਤੁਸੀਂ ਇੱਕ ਲਿਮਟ ਤੱਕ ਰਹਿਣਾ ਆ। ਤੁਹਾਡਾ ਗੋਲ ਆ ਵੀ ਹਾਂ ਜੀ ਮੈਂ ਹੁਣ ਬਸ 10 ਟਰੱਕ ਹੀ ਰਨ ਕਰਨੇ ਆ, ਤੇ ਤੁਹਾਨੂੰ ਬੈਂਕ ਤੋਂ ਕ੍ਰੈਡਿਟ ਲਾਈਨ ਮਿਲ ਜੂਗੀ, ਤੁਸੀਂ ਉਹਨੂੰ ਮੇਨਟੇਨ ਕਰ ਸਕਦੇ ਆ। ਪਰ ਜੇ ਤੁਸੀਂ ਗਰੋ ਕਰਨਾ ਆ ਤੇ ਫਿਰ ਬੈਂਕ ਵੀ ਹੈਲਪ ਨਹੀਂ ਕਰਦੀ, ਕਿਉਂਕਿ ਬੈਂਕ ਨੇ ਸਾਲ ਦੇ ਵਿੱਚ ਇੱਕ ਵਾਰੀ ਤੁਹਾਨੂੰ ਕ੍ਰੈਡਿਟ ਲਾਈਨ ਦੇਣੀ ਆ, ਉਹਨੇ ਦੁਬਾਰਾ ਰਿਨਿਊ ਸਾਲ ਬਾਅਦ ਹੀ ਕਰਨਾ ਆ, ਉਦੋਂ ਪਹਿਲਾਂ ਨਹੀਂ ਕਰਨਾ। ਉਹਨੇ ਸਾਲ ਬਾਅਦ ਰਿਨਿਊ ਕਰਨ ਲਈ ਵੀ ਤੁਹਾਡੇ ਫਾਈਨੈਂਸ਼ੀਅਲ ਮੰਗਣੇ ਆ, ਟੈਕਸ ਰਿਟਰਨ ਮੰਗਣੀਆਂ ਆ, ਤੇ ਜੇ ਉਹਨਾਂ ਨੂੰ ਲੱਗਿਆ ਵੀ ਤੁਹਾਡਾ ਲਾਇਬਿਲਿਟੀ ਐਸੈਟ ਸਹੀ ਆ, ਕੈਸ਼ ਫਲੋ ਸਹੀ ਆ, ਤਾਂ ਹੀ ਤੁਹਾਨੂੰ ਉਹਨਾਂ ਨੇ ਕ੍ਰੈਡਿਟ ਲਾਈਨ ਵੱਧ ਦੇਣੀ ਆ ਜੀ, ਤੇ ਨਹੀਂ ਤੇ ਉਹਨਾਂ ਨੇ ਨਹੀਂ ਵਧਾਉਣੀ। ਸੋ ਬੇਸਿਕਲੀ ਜਿਹੜੀ ਫੈਕਟਰਿੰਗ ਹੈਗੀ ਆ ਇਹ ਇਮੀਡੀਏਟ ਇੱਕ ਜਿੱਦਾਂ ਕਹਿੰਦੇ ਸਟੈਰੋਇਡ ਇੰਜੈਕਸ਼ਨ ਹੈਗਾ। ਜੇ ਤੁਸੀਂ ਗਰੋ ਕਰਨਾ ਆ ਤੇ ਗਰੋ ਕਰਨ ਵਾਸਤੇ ਇਮੀਡੀਏਟ ਤੁਹਾਨੂੰ ਜੇ ਮਨੀ ਚਾਹੀਦੀ ਆ ਤੇ ਉਹ ਤੁਸੀਂ ਰਾਈਟ ਵੇ ਜਿਹੜਾ ਆਪਣਾ ਇਨਵੋਇਸਿਸ ਹੈਗੇ ਆ ਉਹਨੂੰ ਤੁਸੀਂ ਸੈਲ ਕਰਕੇ ਤੇ ਤੁਸੀਂ ਉਹ ਮਨੀ ਜਿਹੜੀ ਰੇਜ਼ ਕਰ ਸਕਦੇ ਆ
ਹਾਂਜੀ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜੇ ਤੁਸੀਂ ਗਰੋ ਕਰਨਾ ਆ ਤੇ ਮੈਨੂੰ ਲੱਗਦਾ ਫੈਕਟਰਿੰਗ ਤੋਂ ਇਲਾਵਾ ਕੋਈ ਹੋਰ ਤੁਹਾਡੇ ਕੋਲ ਕੋਈ ਵੀ ਸਾਧਨ ਨਹੀਂ ਹੈਗਾ। ਮੇਰੇ ਨਾਲ ਕਈ ਕਲਾਇੰਟ ਹੈਗੇ ਆ ਜਿਨ੍ਹਾਂ ਨੇ 1-2 ਟਰੱਕਾਂ ਤੋਂ ਸ਼ੁਰੂ ਕੀਤਾ, ਹੁਣ ਉਹਨਾਂ ਕੋਲ ਨੀਅਰ ਅਬਾਊਟ ਕਿਸੇ ਕੋਲ 30 ਟਰੱਕ ਆ, ਕਿਸੇ ਕੋਲ 40 ਆ, ਕਿਸੇ ਕੋਲ 50 ਆ। ਤੋਂ ਇਸੇ ਕਰਕੇ ਗਰੋ ਕਰ ਸਕੇ ਕਿਉਂਕਿ ਫੈਕਟਰਿੰਗ ਕਰਵਾ ਰਹੇ ਆ। ਜੋ ਬੈਂਕ ਤੋਂ ਕ੍ਰੈਡਿਟ ਲਾਈਨ ਲੈਂਦੇ ਤੇ ਉਹ ਇੰਨੀ ਛੇਤੀ ਗਰੋ ਨਹੀਂ ਕਰ ਸਕਦੇ ਕਿਉਂਕਿ ਬਹੁਤ ਲਿਮਿਟੇਸ਼ਨ ਹੈ ਉਹਦੇ ਵਿੱਚ। ਬਿਲਕੁਲ। ਤੇ ਮੈਨੂੰ ਇੱਕ ਗੱਲ ਦੱਸਿਓ ਕਿ ਜਿਹੜੀ ਫੈਕਟਰਿੰਗ ਹੈਗੀ ਆ, ਫੈਕਟਰਿੰਗ ਦੇ ਵਿੱਚ ਵੀ ਕੋਈ ਡਿਫਰੈਂਟ ਕਾਈਂਡਸ ਹੈਗੀਆਂ ਜਾਂ ਕਿ ਫੈਕਟਰਿੰਗ ਇੱਕੋ ਤਰ੍ਹਾਂ ਦੀ ਫੈਕਟਰਿੰਗ ਹੁੰਦੀ ਹੈ? ਹਾਂਜੀ, ਫੈਕਟਰਿੰਗ ਨਾਰਮਲੀ 2 ਤਰ੍ਹਾਂ ਦੀ ਹੈ। ਇੱਕ ਇਹਨੂੰ ਕਹਿੰਦੇ ਆ ਨਾਨ ਰੀਕੋਰਸ ਫੈਕਟਰਿੰਗ ਤੇ ਇੱਕ ਹੈਗੀ ਰੀਕੋਰਸ ਫੈਕਟਰਿੰਗ। ਬਿਲਕੁਲ। ਇਹ ਜਿਹੜਾ ਰੀਕੋਰਸ ਤੇ ਨਾਨ ਰੀਕੋਰਸ ਹੈ ਨਾ, ਇਹ ਮੇਰਾ ਖਿਆਲ ਮੇਰਾ ਆਉਣ ਵਾਲਾ ਕੁਐਸਚਨ ਹੀ ਸੀਗਾ। ਮੈਂ ਚਲੋ ਤੁਸੀਂ ਇੱਥੇ ਇਹਨੂੰ ਟੱਚ ਕਰ ਲਿਆ। ਇਹ ਬਹੁਤ ਜ਼ਿਆਦਾ ਵੱਡਾ ਕੁਐਸਚਨ ਹੈਗਾ, ਸੋ ਆਪਾਂ ਇਹਨੂੰ ਡੀਟੇਲ ਦੇ ਵਿੱਚ ਜਿਹੜੀ ਰੀਕੋਰਸ ਫੈਕਟਰਿੰਗ ਹੈ ਜਾਂ ਨਾਨ ਰੀਕੋਰਸ ਆ, ਇਹਨੂੰ ਆਪਾਂ ਡੀਟੇਲ 'ਚ ਇਹਦੇ ਬਾਰੇ 'ਚ ਗੱਲ ਕਰਨੀ ਚਾਹਾਂਗੇ। ਹਾਂਜੀ, ਨਾਰਮਲੀ ਸਾਰੀਆਂ ਜਿਹੜੀਆਂ ਫੈਕਟਰਿੰਗ ਜਿਹੜੀ ਆ ਉਹ ਰੀਕੋਰਸ ਫੈਕਟਰਿੰਗ ਹੀ ਹੁੰਦੀ ਆ, ਪਰ ਕੁਝ ਕੰਪਨੀਆਂ ਜਿਹੜੀਆਂ ਉਹ ਆਫਰ ਕਰਦੀਆਂ ਵੀ ਨਾਨ ਰੀਕੋਰਸ ਫੈਕਟਰਿੰਗ ਆ ਜੀ। ਤੇ ਉਹਦੇ ਵਿੱਚ ਆਪਣੇ ਭਰਾਵਾਂ ਨੂੰ ਆਪਣੇ ਟਰੱਕਿੰਗ ਜਿਹੜੇ ਰਨ ਕਰਦੇ ਆ ਉਹਨਾਂ ਨੂੰ ਕਈ ਵਾਰੀ ਲੱਗਦਾ ਵੀ ਨਾਨ ਰੀਕੋਰਸ ਦਾ ਇਹ ਮਤਲਬ ਹੈ ਵੀ ਸਾਨੂੰ ਕਦੀ ਵੀ ਇਹ ਚਾਰਜ ਬੈਕ ਨਹੀਂ ਹੋਣੀਆਂ ਇਨਵਾਇਸਿਸ, ਪਰ ਐਕਚੁਅਲ 'ਚ ਇਹ ਰਿਐਲਿਟੀ ਨਹੀਂ ਗੀ। ਰਿਐਲਿਟੀ ਇਹ ਹੈ ਵੀ ਜੇ ਨਾਨ ਰੀਕੋਰਸ ਫੈਕਟਰਿੰਗ ਹੈ, ਪਹਿਲੀ ਗੱਲ ਤਾਂ ਫੈਕਟਰਿੰਗ ਕੰਪਨੀ ਨੇ ਤੁਹਾਨੂੰ ਇੱਕ ਕਸਟਮਰਾਂ ਦੀ ਲਿਸਟ ਦੇਣੀ ਆ, ਅਪਰੂਵਡ ਕਸਟਮਰਾਂ ਦੀ। ਸਿਰਫ ਉਹਨਾਂ ਦੇ ਹੀ ਤੁਸੀਂ ਲੋਡ ਚੱਕ ਸਕਦੇ ਆ, ਹਰ ਕਸਟਮਰ ਦੇ ਨਹੀਂ ਲੋਡ ਨਹੀਂ ਚੱਕ ਸਕਦੇ। ਸੋ ਨਾਨ ਰੀਕੋਰਸ ਦੇ ਲਈ ਜਿਹੜੀ ਕਸਟਮਰ ਬੇਸ ਹੈਗਾ ਤੁਹਾਡਾ, ਜਿਹੜਾ ਬ੍ਰੋਕਰਸ ਹੈਗੇ ਆ, ਬਹੁਤ ਲਿਮਿਟਡ ਹੋ ਜਾਂਦੇ ਆ, ਮਤਲਬ ਬਹੁਤ ਸਿਲੈਕਟਿਵ ਜਿਹੜੇ ਕਸਟਮਰਸ ਆ ਉਹ ਰਹਿ ਜਾਂਦੇ ਆ, ਰਾਈਟ? ਹਾਂਜੀ, ਇੱਕ ਪੁਆਇੰਟ ਤੇ ਇਹ ਆ ਵੀ ਲਿਮਿਟਡ ਕਸਟਮਰ ਬੇਸ ਹੋਊਗਾ ਤੁਹਾਡਾ। ਦੂਜਾ ਇਹ ਵੀ ਆ ਵੀ ਨਾਨ ਰੀਕੋਰਸ ਦਾ ਇਹ ਮਤਲਬ ਨਹੀਂ ਵੀ ਤੁਹਾਨੂੰ ਕਦੀ ਵੀ ਚਾਰਜ ਬੈਕ ਨਹੀਂ ਹੋਊਗਾ। ਉਹਦੀ ਸਿਰਫ ਇੱਕੋ ਹੀ ਕੰਡੀਸ਼ਨ ਹੁੰਦੀ ਆ ਵੀ ਜੇ ਤੁਹਾਡਾ ਕਸਟਮਰ ਬੈਂਕਰਪਸੀ ਫਾਈਲ ਕਰ ਜਾਂਦਾ ਆ, ਫਿਰ ਤੁਹਾਨੂੰ ਉਹ ਕੰਪਨੀ ਜਿਹੜੀ ਆ ਫੈਕਟਰਿੰਗ ਕੰਪਨੀ ਉਹ ਤੁਹਾਨੂੰ ਚਾਰਜ ਬੈਕ ਨਹੀਂ ਕਰੂਗੀ। ਪਰ ਜੇ ਕਸਟਮਰ ਜਿਹੜਾ ਆ ਬਿਨਾਂ ਬੈਂਕਰਪਸੀ ਕੀਤੇ ਫਾਈਲ ਕੀਤੇ ਉੱਦਾਂ ਹੀ ਬਿਜ਼ਨਸ ਬੰਦ ਕਰਕੇ ਚਲਾ ਗਿਆ, ਜੇ ਜਾਂ ਤੁਹਾਡੇ ਉੱਤੇ ਕੋਈ ਕਲੇਮ ਪਿਆ ਆ ਜਾਂ ਤੁਹਾਡੀ ਕੋਈ ਸ਼ਾਰਟੇਜ ਆ, ਤੇ ਉਹ ਫੇਰ ਵੀ ਤੁਹਾਨੂੰ ਉਹ ਰੀਕੋਰਸ ਹੋਊਗਾ। ਬੇਸ਼ੱਕ ਤੁਹਾਡਾ ਕੰਟਰੈਕਟ ਨਾਨ ਰੀਕੋਰਸ ਆ, ਪਰ ਤੁਹਾਨੂੰ ਫੇਰ ਵੀ ਉਹ ਰੀਕੋਰਸ ਹੋਊਗਾ। ਉਹ ਕਈਆਂ ਨੂੰ ਡਾਊਟ ਹੁੰਦਾ ਵੀ ਨਹੀਂ ਮੇਰੀ ਨਾਨ ਰੀਕੋਰਸ ਇੱਕ ਵਾਰੀ ਹੋ ਗਈ, ਮੈਨੂੰ ਕੁਝ ਨਹੀਂ ਚਾਰਜ ਬੈਕ ਹੋਊਗਾ। ਤੇ ਮਤਲਬ ਜੇ ਬ੍ਰੋਕਰ ਫਰਾਡ ਕਰਕੇ ਦੌੜ ਜਾਂਦਾ ਤੇ ਉਹ ਕੁਝ ਨਹੀਂ, ਬੈਂਕਰਪਸੀ ਵਗੈਰਾ ਨਹੀਂ ਕਰਦਾ, ਸੋ ਫਰਾਡ ਕਰਕੇ ਭੱਜ ਜਾਂਦਾ, ਉਹਦਾ ਪਤਾ ਨਹੀਂ ਲੱਗਦਾ ਕੁਝ ਵੀ, ਕਿਉਂਕਿ ਬਹੁਤ ਜ਼ਿਆਦਾ ਐਸੇ ਚਾਂਸਸ ਹੁੰਦੇ ਆ। ਸੋ ਉਸ ਕੇਸ ਦੇ ਵਿੱਚ ਉਹ ਜਿਹੜੀ ਆ ਉਹ ਚਾਰਜ ਬੈਕ ਹੋਊਗੀ। ਹਾਂਜੀ, ਪੱਕਾ ਚਾਰਜ ਬੈਕ ਹੋਊਗਾ। ਸੋ ਬੇਸਿਕਲੀ ਤਾਂ ਫਿਰ ਨਾਨ ਰੀਕੋਰਸ ਜਿਹੜੀ ਆ ਫੈਕਟਰਿੰਗ ਹੈਗੀ ਆ, ਉਹ ਇੱਕ ਕੋਈ ਐਸਾ ਮਤਲਬ ਕਿ ਸ਼ੋਰ ਸ਼ਾਟ ਨਹੀਂ ਹੈਗਾ ਕਿ ਮੈਂ ਪੈਸੇ ਲੈ ਲਏ। ਔਰ ਮੇਰੇ ਖਿਆਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਜਿਹੜੀ ਫੈਕਟਰਿੰਗ ਕੰਪਨੀ ਹੈਗੀ ਆ, ਉਹਨੇ ਇੱਕ ਕਲਾਇੰਟ ਕੋਲੋਂ, ਜਿਨ੍ਹਾਂ ਦੇ ਕੋਲੋਂ $5-6 ਲੱਖ ਦੀ ਜੇ ਉਹਨੇ ਸਾਲ ਦੀ ਫੈਕਟਰਿੰਗ ਕੀਤੀ ਹੈਗੀ ਆ, ਕਿੰਨਾ ਕੁ ਜਿਹੜਾ ਕਮਾਊਗੀ, ਕਿੰਨੇ ਕੁ ਮਤਲਬ ਜੇ ਆਪਾਂ ਪਰਸੈਂਟੇਜ ਦੇ ਹਿਸਾਬ ਨਾਲ ਦੇਖੀਏ, ਤੇ ਜੇ ਐਂਡ ਤੇ ਦੇਖੀਏ ਕਿ ਇੱਕ ਕਲਾਇੰਟ ਤੁਹਾਡਾ $50,000 ਲੈ ਕੇ ਭੱਜ ਜਾਂਦਾ ਆ, ਤੇ $50,000 ਨੂੰ ਸਿਕਿਉਰ ਕਰਨਾ ਮੇਰੇ ਖਿਆਲ ਉਹਨੇ ਜੇ ਪਰਸੈਂਟੇਜ ਦੇ ਨਾਲ ਪੋਸੀਬਲ ਨਹੀਂ ਹੈਗਾ। ਜੇ ਸਾਲ ਦੇ ਵਿੱਚ 2-3 ਕਲਾਇੰਟ ਇਦਾਂ ਭੱਜਣ ਤੇ ਉਹ ਫੈਕਟਰਿੰਗ ਕੰਪਨੀ ਤੇ ਚੱਲ ਹੀ ਨਹੀਂ ਸਕਦੀ ਕਦੀ ਵੀ। ਮੈਨੂੰ ਵੀ ਕਈ ਸਾਰੇ ਕੁਐਸਚਨ ਕਰਦੇ ਹੁੰਦੇ ਆ ਜਦੋਂ ਮੇਰੇ ਕੋਲ ਨਵਾਂ ਕਲਾਇੰਟ ਆਉਂਦਾ ਵੀ ਭਾਜੀ ਨਾਨ ਰੀਕੋਰਸ ਕਰ ਦਿਓ। ਮੈਂ ਵੀ ਉਹਨਾਂ ਨੂੰ ਇਹੀ ਦੱਸਦਾ ਹੁੰਦਾ ਵੀ ਦੇਖੋ ਹੁਣ ਤੁਹਾਡੇ ਤੋਂ ਅਸੀਂ ਕਮਾਉਣਾ ਕੀ ਹੈ, ਸਾਡੀ ਆਪਣੀ ਮਨੀ ਕਾਸਟ ਵੀ ਆ, ਸਾਡਾ ਆਪਣਾ ਸਟਾਫ ਵੀ ਆ, ਸਾਡੇ ਸੌਫਟਵੇਅਰ ਦੇ ਖਰਚੇ ਵੀ ਆ, ਤੇ ਅਸੀਂ ਤੁਹਾਡੇ ਕੋਲ ਗ੍ਰੋਸ ਜਿਹੜਾ ਆ ਮਸੀਂ ਇੱਕ ਟਰੱਕ ਤੋਂ ਅਸੀਂ ਕਿੰਨਾ ਬਣਾ ਲਾਂਗੇ, $500 ਬਣਾ ਲਾਂਗੇ ਮਹੀਨੇ ਦੇ, ਸਾਲ ਦੇ ਕਿੰਨੇ ਹੋਏ $6,000 ਜੀ। ਤੇ ਜੇ ਇੱਕ ਕਸਟਮਰ ਜਿਹੜਾ ਉਹ $20,000 ਲੈ ਕੇ ਤੁਹਾਡੇ ਬਿਜ਼ਨਸ ਬੰਦ ਕਰ ਗਿਆ ਤਾਂ ਉਹ $20,000 ਫੈਕਟਰੀ ਕੰਪਨੀ ਕਿੱਦਾਂ ਬੀਅਰ ਕਰ ਸਕਦੀ ਹੈ? ਨਾਨ ਰੀਕੋਰਸ ਇਸੇ ਕਰਕੇ ਜਿਹੜੀਆਂ ਕੁਝ ਕੰਪਨੀਆਂ ਕਰਦੀਆਂ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਲਿਮਿਟਡ ਕਸਟਮਰ, ਉਹਨਾਂ ਨੇ ਕੀ ਕੀਤਾ ਹੁੰਦਾ ਵੀ ਜਿਹੜਾ ਉਹ ਕਸਟਮਰ ਆ, ਜਿਹੜੇ ਮੇਨ ਵੱਡੇ ਕਸਟਮਰ ਆ, ਉਹਨਾਂ ਦੀ ਕ੍ਰੈਡਿਟ ਇੰਸ਼ੋਰੈਂਸ ਲੈ ਲੈਂਦੇ ਉਹ ਥੋੜੇ ਪੈਸੇ ਲਾ ਕੇ ਜੀ। ਤੇ ਇਸ ਕਰਕੇ ਉਹ ਕਸਟਮਰ ਜੇ ਭੱਜ ਵੀ ਜਾਂਦਾ ਤੇ ਜਿਹੜੀ ਉਹਨਾਂ ਨੂੰ ਕ੍ਰੈਡਿਟ ਇੰਸ਼ੋਰੈਂਸ ਤੋਂ ਉਹਨਾਂ ਨੂੰ ਪੈਸੇ ਵਾਪਸ ਹੋ ਸਕਦੇ ਆ। ਇਸੇ ਕਰਕੇ ਹੀ ਉਹ ਜਿਹੜੇ ਕੁਝ ਕਸਟਮਰਾਂ ਦੀ ਜਿਹੜੇ ਲਿਮਿਟਡ ਕ੍ਰੈਡਿਟ ਅਪਰੂਵਡ ਕਸਟਮਰ ਆ, ਉਹਨਾਂ ਦੀ ਹੀ ਨਾਨ ਰੀਕੋਰਸ ਫੈਕਟਰਿੰਗ ਹੋ ਸਕਦੀ ਆ। ਬਾਕੀ ਜਿਹੜਾ ਲੱਗਦਾ ਇਹੀ ਆ ਸਾਰਿਆਂ ਨੂੰ ਵੀ ਨਹੀਂ ਮੇਰਾ ਸਾਰਾ ਹੀ ਨਾਨ ਰੀਕੋਰਸ ਆ, ਪਰ ਉਹਨਾਂ ਨੇ ਤੁਹਾਨੂੰ ਫਿਰ ਜਿਹੜਾ ਆਮ ਤੁਸੀਂ ਕਿਸੇ ਬ੍ਰੋਕਰ ਦਾ ਲੋਡ ਚੱਕਦੇ ਆ ਜਿਹੜਾ ਕ੍ਰੈਡਿਟ ਅਪਰੂਵ ਨਹੀਂਗਾ, ਤਾਂ ਉਹਨਾਂ ਨੇ ਤੁਹਾਨੂੰ ਉਹਦੀ ਫੈਕਟਰਿੰਗ ਕਰਨੀ ਨਹੀਂ, ਤੁਹਾਨੂੰ ਪੈਸੇ ਦੇਣੇ ਨਹੀਂ। ਤੇ ਐਵਰੇਜ ਆਊਟ ਬਾਈ ਭਾਜੀ ਜਿਹੜੇ ਆਪਣੀ ਕਲਾਇੰਟ ਹੈਗੇ ਅੱਜ ਦੀ ਤਰੀਕ ਦੇ ਵਿੱਚ ਐਵਰੇਜ ਆਊਟ ਕਿੰਨੀ ਕੁ ਮਤਲਬ ਡਿਲੇ ਪੇਮੈਂਟ ਹੋ ਰਹੀ ਆ? ਕਾਫੀ ਕਲਾਇੰਟ ਤਾਂ ਹੈਗੇ ਜਿਹੜੇ ਕਿ ਜਲਦੀ ਕਰ ਦਿੰਦੇ ਆ, ਵਿਦਨ 30 ਡੇਜ਼ ਕਰ ਦਿੰਦੇ ਆ, ਪਰ ਮੇਰੇ ਖਿਆਲ ਆ ਕਿਉਂਕਿ ਇੱਕ ਮਾਹੌਲ ਜਿਹਾ ਐਸਾ ਚੱਲ ਰਿਹਾ ਹੈਗਾ, ਕਹਿ ਨਹੀਂ ਸਕਦੇ ਕਿ ਟਰੱਕਿੰਗ ਜਿਹੜੀ ਇੰਡਸਟਰੀ ਹੈਗੀ ਆ ਉਹ ਥੋੜੀ ਜਿਹੀ ਮਤਲਬ ਕਿ ਡਾਊਨਫਾਲ 'ਚ ਹੈਗੀ ਆ, ਗੁੱਡ ਟਰਮ 'ਚ ਹੈਗੀ ਆ, ਪਰ ਫਿਰ ਵੀ ਕਈ ਜਿਹੜੇ ਬ੍ਰੋਕਰਸ ਹੈਗੇ ਆ ਡਿਲੇ ਕਰਦੇ ਹੈਗੇ। ਹਾਂਜੀ, ਜਿਹੜੀ ਨਾਰਮਲ ਟਰਮ ਆ, ਸਟੈਂਡਰਡ ਟਰਮ ਜਿਹੜੀ ਆ ਉਹ ਟਰੱਕਿੰਗ ਦੀ 30 ਡੇਜ਼ ਕਿਹਾ ਜਾਂਦਾ ਆ ਜੀ। ਕੁਛ ਇੱਕ ਕੰਪਨੀਆਂ ਹੈਗੀਆਂ ਜਿਹੜੀਆਂ 28 ਡੇਜ਼ ਕਹਿੰਦੀਆਂ, ਪਰ ਨਾਰਮਲ ਸਟੈਂਡਰਡ ਜਿਹੜੀ ਆ ਉਹ 30 ਡੇਜ਼ ਆ। ਪਰ ਉਹ 30 ਡੇਜ਼ ਉਦੋਂ ਹੁੰਦੀ ਆ ਜਦੋਂ ਇਨਵਾਇਸ ਉਹਨਾਂ ਦੇ ਹੱਥ 'ਚ ਪਹੁੰਚ ਜਾਂਦੀ ਆ। ਫਿਰ ਉਹਨਾਂ ਨੇ ਜਦੋਂ ਚੈੱਕ ਕੱਟਣਾ ਤੇ ਜਿਹੜਾ ਮੇਲਿੰਗ ਟਾਈਮ ਇਨਵਾਇਸ ਪਹੁੰਚਣ ਦਾ ਤੇ ਉਹਨਾਂ ਦੀ ਚੈੱਕ ਮੇਲ ਕਰਨ ਦਾ ਉਹਦੇ ਵਿੱਚ ਸ਼ਾਮਲ ਨਹੀਂ ਹੁੰਦਾ। ਐਵਰੇਜ ਮੈਂ ਜਿੱਦਾਂ ਦੇਖਦਾ ਆਪਣੇ ਐਕਸਪੀਰੀਅੰਸ ਤੋਂ, ਪਰਸਨਲ ਐਕਸਪੀਰੀਅੰਸ, ਜਿਹੜੀ ਪੇਮੈਂਟ ਆ ਉਹ ਨੀਅਰ ਅਬਾਊਟ 40 ਡੇਜ਼ ਤੋਂ ਲੈ ਕੇ 48 ਡੇਜ਼ 50 ਡੇਜ਼ ਤੱਕ ਆਉਂਦੀ ਆ।
ਸੋ ਇਹ ਜਿਹੜਾ ਕਹਿ ਲੈਣਾ ਕਿ ਅਸੀਂ 30 ਡੇਜ਼ 'ਚ ਪੇ ਕਰਨੇ ਆ, ਐਕਚੁਅਲੀ 30 ਡੇਜ਼ ਵਿੱਚ ਪੇ ਨਹੀਂ ਹੁੰਦਾ, ਉਹ ਨਾਰਮਲੀ ਤੌਰ ਤੇ 45 to 50 ਡੇਜ਼ ਤੱਕ ਚਲੇ ਜਾਂਦਾ। ਐਵਰੇਜ ਜਿਹੜਾ 45 ਤੇ ਪੱਕਾ ਵੀ 45 ਡੇਜ਼ ਤੱਕ ਤੇ ਜਾਂਦੀ ਇਨਵਾਇਸ। ਪਰ ਕਈ ਜਿਹੜੇ ਬ੍ਰੋਕਰ ਹੈਗੇ ਆ ਉਹ ਆਪਣੇ ACH ਵਗੈਰਾ ਨੂੰ ਵੀ ਤਰਜੀਹ ਦਿੰਦੇ ਆ, ACH ਕਰ ਦਿੰਦੇ ਆ, ਸੋ ਉਹ ਥੋੜਾ ਕੁਇਕ ਹੋ ਜਾਂਦਾ ਹੋਊਗਾ। ਹਾਂਜੀ, ਫਿਰ ਆਪਾਂ ਐਵਰੇਜ ਦੇਖਦੇ ਆ। ਕੁਛ ਇੱਕ ਹੋ ਸਕਦਾ ਵੀ ਵੱਡੀਆਂ ਕੰਪਨੀਆਂ ਦਾ ਟੋਟਲ ਕੁਆਲਿਟੀ ਆ ACH ਕਰਦੀਆਂ ਆ, ਈਮੇਲ ਤੇ ਇਨਵਾਇਸ ਤੇ ਪੇਮੈਂਟ ਕਰਦੀਆਂ, ਉਹ ਹੋ ਸਕਦਾ ਪੂਰੇ 30 ਡੇਜ਼ ਪੇਮੈਂਟ ਆ ਜੇ, ਪਰ ਕੁਛ ਇੱਕ ਦੀ ਆ ਉਹਨਾਂ ਦੀ 50 'ਚ ਵੀ ਆਉਣੀ ਆ, ਕੁਛ ਇੱਕ ਦੀ 55 'ਚ ਵੀ ਆਉਣੀ ਆ। ਐਵਰੇਜ ਨੀਅਰ ਅਬਾਊਟ ਬਿਟਵੀਨ 40 to 45 ਡੇਜ਼। ਤੇ ਬੋਬੀ ਭਾਜੀ ਇੱਥੇ ਇੱਕ ਆਪਣਾ ਨੰਬਰ ਤੇ ਆਪਣਾ ਨਾਂ ਜ਼ਰੂਰ ਫਿਰ ਇੱਕ ਵਾਰੀ ਦੁਹਰਾ ਦਿਓ, ਕਿਉਂਕਿ ਬੋਬੀ ਭਾਜੀ ਤਾਂ ਆਪਾਂ ਬੜੀ ਵਾਰੀ ਕਹਿਤਾ ਨਾਂ ਬੜੀ ਜਲਦੀ ਚੇਤੇ ਹੋ ਜਾਂਦਾ, ਪਰ ਨੰਬਰ ਜ਼ਰੂਰ ਇੱਥੇ ਦੱਸ ਦਿਓ। ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਨੰਬਰ ਜ਼ਰੂਰ ਸ਼ੇਅਰ ਕਰਾਂਗੇ। ਹਾਂਜੀ, ਮੈਂ ਬੋਬੀ ਢਿੱਲੋਂ, ਰੈਵੋਲੂਸ਼ਨ ਕੈਪੀਟਲ। ਫੋਨ ਨੰਬਰ ਮੇਰਾ ਹੈਗਾ 5599009001 ਤੇ ਪੰਜਾਬੀ ਵਿੱਚ ਆਪਾਂ ਕਹਿ ਸਕਦੇ ਹਾਂ 559 900 9001। ਬਿਲਕੁਲ ਜੀ। ਤੇ ਇੱਥੇ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਫਿਰ ਦੁਬਾਰਾ ਤੋਂ ਹਾਜ਼ਰ ਹੁੰਨੇ ਆ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। ਹੁਣ ਲਓ 55 cents ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਤੇ ਲਓ ਜੀ, ਬ੍ਰੇਕ ਤੋਂ ਬਾਅਦ ਆਪਾਂ ਫਿਰ ਤੋਂ ਵਾਪਸ ਆਉਣੇ ਆ ਤੇ ਅੱਜ ਆਪਾਂ ਗੱਲ ਕਰ ਰਹੇ ਆ ਬੋਬੀ ਢਿੱਲੋਂ ਹੋਣਾ ਨਾਲ, ਜਿਹੜੇ ਕਿ ਰੈਵੋਲੂਸ਼ਨ ਫੈਕਟਰਿੰਗ ਕੰਪਨੀ ਜਿਹੜੀ ਹੈਗੀ ਰੈਵੋਲੂਸ਼ਨ ਫਾਈਨੈਂਸ ਕੈਲੀਫੋਰਨੀਆ, ਉਹਦੇ ਨਾਲ ਕੰਮ ਕਰਦੇ ਆ। ਜੀ ਆਇਆਂ ਨੂੰ ਬੋਬੀ ਭਾਜੀ। ਥੈਂਕ ਯੂ ਭਾਜੀ। ਥੈਂਕ ਯੂ ਜੀ। ਤੇ ਆਪਾਂ ਗੱਲ ਕਰ ਰਹੇ ਸੀਗੇ ਜਦੋਂ ਆਪਾਂ ਲਾਸਟ ਟਾਈਮ ਬ੍ਰੇਕ ਤੋਂ ਪਹਿਲਾਂ ਕਿ ਨਾਨ ਰਿਕੋਰਸ ਦੀ, ਤੇ ਉਸ ਤੋਂ ਅੱਗੇ ਜੇ ਚੱਲੀਏ ਆਪਾਂ ਵੀ ਇੱਕ ਫੈਕਟਰਿੰਗ ਕੰਪਨੀ ਜਦੋਂ ਆਪਾਂ ਚੁਣਦੇ ਆ ਜਾਂ ਫੈਕਟਰਿੰਗ ਕੰਪਨੀ ਆਪਾਂ ਕੰਟਰੈਕਟ ਸਾਈਨ ਕਰਨਾ ਹੁੰਦਾ, ਸੋ ਇੱਕ ਫੈਕਟਰਿੰਗ ਕੰਪਨੀ 'ਚ ਕਿਹੜੀਆਂ ਗੱਲਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਹੁੰਦੀਆਂ ਦੇਖਣੀਆਂ? ਹਾਂਜੀ, ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਆਪਾਂ ਫੈਕਟਰੀ ਕੰਪਨੀ ਚੁਣਦੇ ਆ, ਕਈ ਸਿਰਫ ਇਹ ਕਹਿੰਦੇ ਵੀ ਸਾਨੂੰ ਬਹੁਤ ਘੱਟ ਰੇਟ ਦੇ ਦਿੱਤਾ ਫੈਕਟਰਿੰਗ ਕੰਪਨੀ ਨੇ। ਮੈਜੋਰਟੀ ਇਹ ਗੱਲ ਹੁੰਦੀ ਆ ਕਿ ਰੇਟ ਬਹੁਤ ਘੱਟ ਮਿਲਿਆ ਮੈਨੂੰ, ਤੇ ਰੇਟ ਘੱਟ ਮਿਲਦਾ ਹੀ, ਉਹ ਰੇਟ ਘੱਟ ਮਿਲਣਾ ਹੀ ਫੈਕਟਰਿੰਗ ਕੰਪਨੀ ਦੀ ਸਾਰਿਆਂ ਨਾਲੋਂ ਵਧੀਆ ਚੀਜ਼ ਮੰਨ ਲਈ ਜਾਂਦੀ ਹੈ। ਹਾਂਜੀ, ਮੇਰੇ ਹਿਸਾਬ ਨਾਲ ਕੱਲਾ ਰੇਟ ਘੱਟ ਜਿਹੜਾ ਉਹਦਾ ਕਰਕੇ ਫੈਕਟਰਿੰਗ ਕੰਪਨੀ ਤੁਸੀਂ ਜਿਹੜੀ ਸਿਲੈਕਟ ਕਰਨੀ ਉਹ ਚੰਗੀ ਗੱਲ ਨਹੀਂ ਗੀ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ। ਪਹਿਲੀ ਗੱਲ ਤਾਂ ਇਹ ਜਿਹੜਾ ਤੁਹਾਨੂੰ ਰੇਟ ਦਿੱਤਾ ਜਾਂਦਾ ਹੈ, ਤੁਹਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਵੀ ਉਹ ਰੇਟ ਜਿਹੜਾ ਆ ਉਹ ਫਲੈਟ 90 ਡੇਜ਼ ਆ ਜਾਂ ਉਹਦੀ ਕੋਈ ਸਲੈਬ ਆ। ਨਾਰਮਲੀ ਕੀ ਹੁੰਦਾ, ਜਿਹੜਾ ਘੱਟ ਰੇਟ ਆਫਰ ਕਰਦੀਆਂ ਫੈਕਟਰਿੰਗ ਕੰਪਨੀਆਂ, ਉਹਨਾਂ ਨੇ ਉਹ 30 ਡੇਜ਼ ਦਾ ਰੇਟ ਦਿੱਤਾ ਹੁੰਦਾ, ਤੇ ਜਿੱਦਾਂ ਹੀ ਤੁਹਾਡੀ ਇਨਵਾਇਸ 31 ਡੇਜ਼ ਤੇ ਗਈ ਆ ਤੇ ਉਹ ਰੇਟ ਵੱਧ ਜਾਣਾ, ਤੇ ਜੇ 60 ਡੇਜ਼ ਤੋਂ 61 ਤੇ ਗਈ ਆ ਉਹਨੇ ਫੇਰ ਵੱਧ ਜਾਣਾ। ਤੇ ਤੁਸੀਂ ਮੇਕ ਸ਼ੋਰ ਕਰਨਾ ਵੀ ਜਿਹੜਾ ਘੱਟ ਰੇਟ ਦਿੱਤਾ ਤੁਹਾਨੂੰ ਇਸ ਫਲੈਟ 90 ਡੇਜ਼ ਆ ਜਾਂ ਉਹਦੀਆਂ ਵਿੱਚ ਕੋਈ ਸਲੈਬਸ ਆ। ਮੈਂ ਪਿੱਛੇ ਜੇ ਇਹ ਵੀ ਦੇਖਣ 'ਚ ਆਇਆ ਸੀ ਇੱਕ ਵਾਰੀ, ਮੈਨੂੰ ਕਾਫੀ ਦੇਰ ਦੀ ਗੱਲ, ਜ਼ਿਆਦਾ ਦੇਰ ਤਾਂ ਨਹੀਂ, ਮਤਲਬ ਕਿ ਆਇਆ ਸੀਗਾ ਕਿ 0.5% ਦੇ ਉੱਤੇ ਕਰ ਰਹੀਆਂ ਸੀ, ਪਰ ਉਹ 15 ਦਿਨ ਦਾ ਰੇਟ ਸੀਗਾ। ਹਾਂਜੀ, ਉਹੀ ਨਹੀਂ, ਫਿਰ ਕਨਫਿਊਜ਼ ਹੋ ਜਾਂਦੇ ਤੁਸੀਂ ਉਹਦੇ ਵਿੱਚ। ਉਹਨਾਂ ਨੇ 0.5% ਦੇਤਾ, ਤੁਸੀਂ ਕਹਿੰਦੇ ਜੀ ਸਾਨੂੰ 0.5% ਤੇ ਫੈਕਟਰਿੰਗ ਮਿਲ ਗਈ, ਪਰ ਉਹ ਤੁਹਾਨੂੰ 15 ਦਿਨ ਦਾ ਹੀ ਆ। ਜਿੱਦਾਂ ਹੀ ਉਹ 16 ਤੇ ਪਹੁੰਚਿਆ, ਉਹਨੇ ਹਾਫ ਤੋਂ ਤੁਹਾਡਾ 1.5 ਹੋ ਜਾਣਾ। ਠੀਕ ਹੈ, 1.5 ਤੋਂ ਬਾਅਦ ਫਿਰ ਜਿੱਦਾਂ 30 ਤੇ ਪਹੁੰਚਿਆ ਤੇ 2.5 ਹੋ ਜਾਣਾ। ਹਾਂਜੀ, ਉਹ ਤੁਸੀਂ ਸਲੈਬ ਜ਼ਰੂਰ ਚੈੱਕ ਕਰਨੀ ਆਪਣੇ ਕੰਟਰੈਕਟ ਦੇ ਵਿੱਚ ਸਾਈਨ ਕਰਨ ਤੋਂ ਪਹਿਲਾਂ। ਸਲੈਬ ਜ਼ਰੂਰ ਚੈੱਕ ਕਰੋ ਵੀ ਉਹਨਾਂ ਨੇ ਕੀ ਲਿਖਿਆ, ਵੀ ਉਹ ਰੇਟ ਤੁਹਾਡਾ ਫਲੈਟ 90 ਡੇਜ਼ ਆ ਜਾਂ ਉਹਦੇ ਵਿੱਚ ਜਿੱਦਾਂ 15 ਡੇਜ਼ 30 ਡੇਜ਼ 60 ਡੇਜ਼ ਦੀ ਉਹਨਾਂ ਨੇ ਸਲੈਬ ਪਾਈ ਹੈ। ਸੋ ਇੱਕ ਤਾਂ ਇਹ ਹੋ ਗਈ ਕਿ ਤੁਹਾਡਾ ਤੁਸੀਂ ਸਲੈਬ ਰੇਟ ਦੇਖਣਾ ਹੈ ਕਿ ਇਹ ਸਲੈਬ ਨਹੀਂਗਾ, ਇਹ ਟੋਟਲੀ ਫਲੈਟ ਹੈਗਾ, ਇੱਕੋ ਰੇਟ ਹੈਗਾ, ਚਾਹੇ ਉਹ ਤੁਹਾਡਾ ਬ੍ਰੋਕਰ ਜਿਹੜਾ 30 ਡੇਜ਼ 'ਚ ਪੇ ਕਰੇ, ਚਾਹੇ ਉਹ 45 ਡੇਜ਼ 'ਚ ਪੇ ਕਰੇ। ਤੇ ਅਪ ਟੂ ਕਿੰਨੇ ਦਿਨ ਤੱਕ ਜਿਹੜਾ ਆ ਉਹ ਰਿਕੋਰਸ ਨਹੀਂ ਹੁੰਦਾ, ਜਾਂ ਕਿੰਨੇ ਦਿਨ ਮੈਕਸਿਮਮ ਜਿਹੜੇ ਆ ਉਹ ਵੀ ਦੇਖਣੇ ਪੈਂਦੇ ਆ? ਹਾਂਜੀ, ਉਹ ਵੀ ਮੈਂ ਦੇਖਿਆ, ਅਲੱਗ-ਅਲੱਗ ਐਗਰੀਮੈਂਟ ਦੇਖੇ ਮੈਂ ਅਲੱਗ-ਅਲੱਗ ਫੈਕਟਰਿੰਗ ਕੰਪਨੀਆਂ ਦੇ। ਤੇ ਜਿੱਦਾਂ ਅਸੀਂ ਆਪਣੀ ਰੈਵੋਲੂਸ਼ਨ ਕੈਪੀਟਲ ਦੇ ਵਿੱਚ ਅਸੀਂ 90 ਡੇ ਰੱਖਿਆ ਰਿਕੋਰਸ, ਪਰ ਮੈਂ ਬਹੁਤ ਸਾਰੇ ਕੰਟਰੈਕਟ ਦੇਖੇ ਜਿਨ੍ਹਾਂ ਨੇ ਉਹਨੇ 60 ਡੇਜ਼ ਤੇ ਰਿਕੋਰਸ ਰੱਖਿਆ ਹੁੰਦਾ। ਉਹ ਵੀ ਬਹੁਤ ਵੱਡਾ ਇਫੈਕਟ ਆ, ਤੁਸੀਂ ਉਹ ਵੀ ਜ਼ਰੂਰ ਚੈੱਕ ਕਰਨਾ ਆ ਵੀ ਤੁਹਾਡਾ ਰਿਕੋਰਸ ਤੁਹਾਨੂੰ ਜਿਹੜਾ ਆ, ਜੇ ਪੇਮੈਂਟ ਨਹੀਂ ਆਈ, ਕਸਟਮਰ ਨੇ ਪੇਮੈਂਟ ਨਹੀਂ ਕੀਤੀ, ਰਿਕੋਰਸ ਤੁਹਾਨੂੰ 60 ਡੇਜ਼ ਤੇ ਹੋ ਰਿਹਾ ਕਿ 90 ਡੇਜ਼ ਤੇ ਹੋ ਰਿਹਾ। ਇਹੀ ਤੁਹਾਡਾ ਬਿਗ ਡਿਫਰੈਂਸ ਪੈ ਜਾਂਦਾ ਤੁਹਾਡੇ ਰੇਟ ਦੇ ਵਿੱਚ। ਜੀ ਅੱਛਾ, ਇੱਕ ਗੱਲ ਹੋਰ ਦੱਸੋ, ਜਿਹੜੀ ਰਿਕੋਰਸ ਹੈ, ਜਦੋਂ ਰਿਕੋਰਸ ਕਰਨ ਤੋਂ ਪਹਿਲਾਂ ਕੀ ਫੈਕਟਰਿੰਗ ਕੰਪਨੀ ਜਿਹੜੀ ਆ ਉਹ ਐਫਰਟ ਕਰਦੀ ਹੈਗੀ ਆ ਕਲੈਕਸ਼ਨ ਦੀ? ਫੈਕਟਰਿੰਗ ਕੰਪਨੀ ਆਪਣੇ ਲੈਵਲ ਤੇ ਨਹੀਂ ਕਰਦੀ ਐਫਰਟ ਜਿੰਨੀ ਦੇਰ ਉਹਨੂੰ ਕਲਾਇੰਟ ਖੁਦ ਨਹੀਂ ਕਹਿੰਦਾ, ਕਿਉਂਕਿ ਜਿਹੜੇ ਕਸਟਮਰ ਹੁੰਦੇ ਆ ਉਹ ਕਲਾਇੰਟ ਦੇ ਹੁੰਦੇ ਆ। ਤੇ ਜੇ ਫੈਕਟਰਿੰਗ ਕੰਪਨੀ ਜਿਹੜੀ ਆ, ਜੇ ਉਹਨਾਂ ਨੂੰ ਹਾਰਡਵੇਅਰ ਉਹਨੂੰ ਅਪਰੋਚ ਕਰੂ ਕਸਟਮਰ ਨੂੰ ਕੁਝ ਕਿਹਾ, ਤੇ ਜੇ ਉਹਦਾ ਕਸਟਮਰ ਲੂਜ਼ ਹੋ ਗਿਆ ਤੇ ਕਲਾਇੰਟ ਜਿਹੜਾ ਉਹ ਫੈਕਟਰਿੰਗ ਕੰਪਨੀ ਨੂੰ ਜਿਹੜਾ ਉਹ ਦੋਸ਼ ਦਊਗਾ ਵੀ ਤੁਸੀਂ ਉਹਨੂੰ ਸਿੱਧੀ ਅਪਰੋਚ ਕਿਉਂ ਕੀਤੀ ਇੱਦਾਂ।
ਤੇ ਜੇ ਕਲਾਇੰਟ ਕਹਿੰਦਾ ਆ ਵੀ ਹਾਂ ਮੇਰੀ ਆਹ ਹੈਲਪ ਕਰੋ ਤੇ ਜਾਂ ਫੈਕਟਰਿੰਗ ਕੰਪਨੀ ਜ਼ਰੂਰ ਉਹਦੀ ਹੈਲਪ ਕਰੂਗੀ ਜੀ। ਤੇ ਇਹਦਾ ਮਤਲਬ ਇਹ ਆ ਕਿ ਸੁਣਨ ਵਾਲਿਆਂ ਨੂੰ ਮੈਂ ਇੱਕ ਗੱਲ ਇਹ ਵੀ ਕਹਿੰਦਾ ਕਿ ਜਦੋਂ ਤੁਸੀਂ ਫੈਕਟਰਿੰਗ ਕੰਪਨੀ ਕੋਲੋਂ ਫੈਕਟਰਿੰਗ ਕਰਵਾ ਲਈ ਹੈਗੀ ਆ ਤੇ ਜਿਹੜੀਆਂ ਤੁਹਾਡੀਆਂ ਇਨਵੋਇਸਿਸ ਹੈਗੀਆਂ ਉਹਨੂੰ ਕਲੈਕਸ਼ਨ ਦੀ ਕਾਲ ਜਿਹੜੀਆਂ ਉਹ ਮੇਰੇ ਖਿਆਲ ਦੇ ਵਿੱਚ ਕੰਪਨੀ ਨੂੰ ਖੁਦ ਕਰਨੀਆਂ ਚਾਹੀਦੀਆਂ। ਦੇਖਣਾ ਚਾਹੀਦਾ ਕਿ ਉਹ ਕਲੈਕਸ਼ਨਸ ਕਾਲ ਜਿਹੜੀਆਂ ਉਹ ਖੁਦ ਕੀਤੀਆਂ ਜਾਣ, ਔਰ ਜੇ ਤੁਹਾਡੀ ਇਨਵੋਇਸ ਨਹੀਂ ਤੁਹਾਨੂੰ ਮਿਲ ਰਹੀ ਜਾਂ ਤੁਹਾਡਾ ਇਨਵੋਇਸ ਨਹੀਂ ਪੇ ਹੋ ਰਹੀ ਅਜੇ ਤੱਕ, ਤੇ ਉਹਦੇ ਵੱਲ ਤੁਹਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ। ਕੋਸ਼ਿਸ਼ ਕਰੋ ਕਿ ਖੁਦ ਜਿਹੜੀਆਂ ਕਲੈਕਸ਼ਨ ਕਾਲਸ ਕਰੋ ਔਰ ਖੁਦ ਜਿਹੜਾ ਉਹਨੂੰ ਮੋਨੀਟਰ ਕਰੋ ਕਿ ਕਦੋਂ ਤੁਹਾਡੀ ਇਨਵੋਇਸ ਪੇ ਹੋ ਰਹੀ ਹੈ ਔਰ ਕਿੰਨੀ ਡਿਲੇ ਹੋ ਰਹੀ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਹੀ ਤੁਹਾਡੇ ਸਾਰੇ ਜਿਹੜਾ ਕੈਸ਼ ਫਲੋ ਆ ਜਿਹੜਾ ਕਿ ਤੁਹਾਨੂੰ ਫੈਕਟਰਿੰਗ ਕੰਪਨੀ ਕੋਲੋਂ ਜੋ ਵੀ ਕੁਝ ਮਿਲ ਰਿਹਾ ਹੈਗਾ, ਇੰਟਰਸਟ ਰੇਟ ਮਿਲਦਾ, ਸਾਰੇ ਚੀਜ਼ ਦੇ ਉੱਤੇ ਇਹ ਬਹੁਤ ਫਰਕ ਪਾਉਂਦਾ ਆ। ਸੋ ਭਾਜੀ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇੱਕ ਤਾਂ ਹੋ ਗਈ ਕਿ ਆਪਣੀ ਜਿਹੜੀਆਂ ਇਨਵੋਇਸਿਸ ਹੈਗੀਆਂ ਉਹ, ਤੇ ਦੂਸਰੀ ਹੋ ਗਈ ਕਿ ਜਿਹੜੀਆਂ ਆਪਣੀਆਂ ਲੇਟ ਜਿਹੜੀ ਕਲੈਕਸ਼ਨ ਦੀ ਗੱਲ ਕਰ ਲਈ ਆਪਾਂ, ਹੋਰ ਕੀ ਦੇਖਣ ਦੀ ਲੋੜ ਹੈ? ਨਹੀਂ, ਕਲੈਕਸ਼ਨ ਵਿੱਚ ਵੀ ਮੈਂ ਕਰੈਕਸ਼ਨ ਕਰਨੀ ਚਾਹੂੰਗਾ। ਮੈਨੂੰ ਲੱਗਦਾ ਆਪਾਂ ਨੂੰ ਕਨਫਿਊਜ਼ਨ ਹੋ ਗਿਆ ਇਹਦੇ ਵਿੱਚ ਥੋੜਾ। ਫੈਕਟਰਿੰਗ ਕੰਪਨੀਆਂ ਨੇ ਆਪਣੇ ਰੱਖੇ ਹੁੰਦੇ ਆ ਰੈਪ ਜਿਹੜੇ ਕਾਲਾਂ ਕਰਦੇ ਆ ਕਲੈਕਸ਼ਨ ਲਈ, ਉਹਨਾਂ ਨੇ ਕਾਲਾਂ ਕਰਨੀਆਂ ਆ ਆਪਣੀਆਂ, ਔਰ ਫੈਕਟਰਿੰਗ ਕੰਪਨੀ ਨੇ ਨਾਰਮਲੀ ਹੁਣ ਸਾਰੀਆਂ ਵੱਡੀਆਂ ਫੈਕਟਰਿੰਗ ਕੰਪਨੀਆਂ ਅਸੀਂ ਵੀ ਸਾਰਿਆਂ ਨੂੰ ਯੂਜ਼ਰ ਨੇਮ ਪਾਸਵਰਡ ਦਿੱਤਾ ਹੁੰਦਾ ਆ। ਤੁਸੀਂ ਆਪਣੀ ਕੱਲੀ ਇਨਵਾਇਸ ਨੂੰ ਖੋਲ ਕੇ ਚੈੱਕ ਕਰ ਸਕਦੇ ਆ ਵੀ ਸਾਡੇ ਰੈਪ ਨੇ ਕਦੋਂ ਤੁਹਾਡੇ ਕਸਟਮਰ ਨਾਲ ਗੱਲ ਕੀਤੀ, ਕਸਟਮਰ ਨੇ ਸਾਨੂੰ ਕੀ ਰਿਸਪੌਂਸ ਦਿੱਤਾ ਆ, ਤੁਸੀਂ ਉਹਨੂੰ ਪੜ੍ਹ ਸਕਦੇ ਆ। ਤੇ ਨਾਰਮਲੀ ਟਰੱਕਿੰਗ ਕੰਪਨੀ ਨੂੰ ਲੋੜ ਨਹੀਂ ਗੀ ਕਿਸੇ ਨੂੰ ਵੀ ਕਾਲ ਕਰਨ ਦੀ, ਜਿੰਨੀ ਦੇਰ ਤੁਹਾਡੀ ਇਨਵਾਇਸ ਜਿਹੜੀ ਆ ਤਕਰੀਬਨ 50 ਦਿਨ ਤੋਂ ਉੱਪਰ ਨਹੀਂ ਜਾਂਦੀ। ਤੇ ਤੁਸੀਂ ਪੱਕਾ ਉਹਨੂੰ ਮੋਨੀਟਰ ਕਰਦੇ ਰਹੋ, ਆਪਣਾ ਯੂਜ਼ਰ ਨੇਮ ਪਾਸਵਰਡ ਜਿਹੜਾ ਤੁਹਾਨੂੰ ਦਿੱਤਾ ਉਹਦਾ ਇਸਤੇਮਾਲ ਕਰੋ, ਉਹਨੂੰ ਮੋਨੀਟਰ ਕਰਦੇ ਰਹੋ ਤੇ ਦੇਖਦੇ ਰਹੋ ਵੀ ਕੀ ਕਮੈਂਟਸ ਆ ਤੁਹਾਡੀ ਇਨਵਾਇਸ ਦੇ ਉੱਪਰ। ਜੇ ਨਾਰਮਲ ਚੱਲ ਰਿਹਾ ਆ, ਕਸਟਮਰ ਨੇ ਕਿਹਾ ਠੀਕ ਹੈ ਮੈਂ ਇੰਨੀ ਤਰੀਕ ਨੂੰ ਪੇਮੈਂਟ ਕਰ ਦੇਣੀ ਆ, ਤੁਹਾਨੂੰ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ। ਪਰ ਕਈ ਵਾਰੀ ਤੁਸੀਂ ਦੇਖੋ ਵੀ ਉਹਦੇ ਵਿੱਚ ਕੁਝ ਮਿਸਿੰਗ ਆ, ਬਿੱਲ ਆਫ ਲੀਡਿੰਗ ਮਿਸਿੰਗ ਆ, ਲੰਪਰ ਮਿਸਿੰਗ ਆ, ਜਾਂ ਕਸਟਮਰ ਰਿਸਪੌਂਡ ਨਹੀਂ ਕਰ ਰਿਹਾ। ਜੇ ਕਸਟਮਰ 50 ਦਿਨ ਤੱਕ ਰਿਸਪੌਂਡ ਨਹੀਂ ਕਰਦਾ ਤੇ ਫਿਰ ਮੇਰੇ ਹਿਸਾਬ ਨਾਲ ਟਰੱਕਿੰਗ ਕੰਪਨੀ ਨੂੰ ਵੀ ਕਾਲ ਕਰਨੀ ਚਾਹੀਦੀ ਆ। ਕਸਟਮਰ ਦੇ ਨਾਲ ਜਿਹੜੇ ਬ੍ਰੋਕਰ ਨਾਲ ਉਹਨੇ ਲੋਡ ਬੁੱਕ ਕੀਤਾ ਆ ਉਹਦੇ ਥੋੜਾ ਪ੍ਰੈਸ਼ਰ ਪਾਉਣਾ ਚਾਹੀਦਾ ਤਾਂ ਕਿ ਉਹ ਅਕਾਊਂਟਿੰਗ ਨੂੰ ਕਹਿ ਕੇ ਤੇ ਉਹਨਾਂ ਦੀ ਜਿਹੜੀ ਪੇਮੈਂਟ ਆ ਉਹ ਰਿਲੀਜ਼ ਕਰਾਵੇ। ਸੋ ਬਿਲਕੁਲ ਜਿਹੜੀ ਗੱਲ ਹੈਗੀ ਹੈ ਕਿ ਬੇਸਿਕਲੀ ਗੱਲ ਹੈ ਕਿ ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ ਵੀ ਇੱਕ ਸਿਰਫ ਇਨਵਾਇਸ ਫੈਕਟਰਿੰਗ ਵਾਸਤੇ ਦੇ ਕੇ ਤੇ ਮੁੜ ਕੇ ਹੱਥ ਚੜ੍ਹ ਕੇ ਨਹੀਂ ਬਹਿ ਜਾਣਾ ਚਾਹੀਦਾ। ਤੁਸੀਂ ਖੁਦ ਵੀ ਮੋਨੀਟਰ ਕਰੋ ਤੇ ਆਪਣੀ ਫੈਕਟਰਿੰਗ ਕੰਪਨੀ ਨਾਲ ਰਾਬਤਾ ਵੀ ਰੱਖੋ ਤੇ ਪਲੱਸ ਆਪਣੇ ਕਸਟਮਰ ਨਾਲ ਰਾਬਤਾ ਵੀ ਰੱਖੋ। ਹਾਂਜੀ, ਬਿਲਕੁਲ ਸਹੀ ਗੱਲ ਆ। ਪੱਕਾ ਮੋਨੀਟਰ ਕਰੋ ਉਹਨੂੰ। ਤੁਹਾਨੂੰ ਤਕਰੀਬਨ 40 ਦਿਨ ਤੱਕ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ, ਪਰ ਦੇਖਦੇ ਜ਼ਰੂਰ ਰਹੋ, ਚੈੱਕ ਕਰਦੇ ਰਹੋ। ਪਰ ਜਦੋਂ ਕੋਈ ਇਨਵਾਇਸ ਜਿਹੜੀ ਆ 50 ਦਿਨ ਤੋਂ ਬਾਅਦ ਜਾਣ ਲੱਗਦੀ ਆ ਤੇ ਫਿਰ ਪੱਕਾ ਤੁਸੀਂ ਆਪਣੇ ਬ੍ਰੋਕਰ ਨੂੰ ਕਾਲ ਕਰੋ ਵੀ ਕੀ ਪ੍ਰੋਬਲਮ ਹੈ, ਤਾਂ ਕਿ ਉਹ ਅਕਾਊਂਟਿੰਗ ਨੂੰ ਕਹਿ ਕੇ ਤੁਹਾਡੀ ਜਿਹੜੀ ਆ ਉਹ ਪੇਮੈਂਟ ਰਿਲੀਜ਼ ਕਰਾ ਸਕੇ। ਜੀ, ਹੁਣ ਇਸ ਤੋਂ ਅੱਗੇ ਭਾਜੀ ਕਿਹੜੀ ਗੱਲ ਜਿਹੜੀ ਆ ਜਦੋਂ ਆਪਾਂ ਨਵੀਂ ਫੈਕਟਰਿੰਗ ਕੰਪਨੀ ਸਾਈਨ ਅਪ ਕਰਨ ਲੱਗਦੇ ਆ, ਹੋਰ ਅਗਲਾ ਕਿਹੜਾ ਸਟੈਪ ਹੈਗਾ ਜਿਹੜਾ ਆਪਾਂ ਨੂੰ ਫੋਲੋ ਕਰਨਾ ਚਾਹੀਦਾ? ਹਾਂਜੀ, ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਸਲੈਬ ਦੀ, ਕਿੰਨੇ ਦਿਨਾਂ ਦਾ ਰੇਟ ਆ, ਉਹ 15 ਦਾ ਆ, 30 ਦਾ ਆ, 60 ਦਾ ਆ, 90 ਡੇ ਫਲੈਟ ਦਾ ਆ। ਇੱਦਾਂ ਹੀ ਹੋਰ ਵੀ ਸਲੈਬਸ ਪਾਈਆਂ ਹੁੰਦੀਆਂ ਫੈਕਟਰਿੰਗ ਕੰਪਨੀਆਂ ਨੇ। ਉਹ ਲਿਮਟ ਰੱਖ ਦਿੰਦੀਆਂ ਵੀ ਜਿਹੜਾ ਤੁਹਾਨੂੰ ਰੇਟ ਦਿੱਤਾ ਉਹ ਤਾਂ ਹੀ ਆ ਜੇ ਤੁਸੀਂ 2 ਲੱਖ ਤੋਂ ਵੱਧ ਮਹੀਨੇ ਦੀ ਫੈਕਟਰਿੰਗ ਕਰਦੇ ਆ। ਤੇ ਜੇ ਵੋਲੀਅਮ ਤੇ ਜੇ 2 ਲੱਖ ਤੋਂ ਥੱਲੇ ਆਉਂਦਾ ਤੇ ਉਹ ਰੇਟ ਚੇਂਜ ਹੋ ਜਾਂਦਾ। ਤੇ ਸਾਡਾ ਅਸੀਂ ਨਾਰਮਲ ਫਲੈਟ ਹੀ ਰੱਖਿਆ ਆ, ਫਲੈਟ 90 ਡੇਜ਼ ਆ। ਵੋਲੀਅਮ ਵੀ ਅਸੀਂ ਨਹੀਂ ਦੇਖਦੇ ਵੀ ਹਾਂ ਵੋਲੀਅਮ ਵਧਿਆ ਘਟਿਆ। ਅਸੀਂ ਸਟੈਂਡਰਡ ਇੱਕ ਵਾਰੀ ਰੇਟ ਦੇ ਦਈਦਾ ਤੇ ਉਹੀ ਰਹਿੰਦਾ, ਚਾਹੇ ਤੁਸੀਂ ਲੱਖ ਦੀ ਫੈਕਟਰਿੰਗ ਕਰਾਉਂਦੇ ਆ ਚਾਹੇ ਤੁਸੀਂ 5 ਲੱਖ ਦੀ ਕਰਾਉਂਦੇ ਆ। ਪਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਰੇਟ ਤੇ ਘੱਟ ਦੇ ਦਿੰਦੀਆਂ, ਪਰ ਉਹਨਾਂ ਨੇ ਫਿਰ ਕੰਡੀਸ਼ਨ ਲਾਈ ਹੁੰਦੀ ਵੀ ਨਹੀਂ ਇਹ 2 ਲੱਖ ਤੋਂ ਉੱਪਰ ਤੁਹਾਡਾ ਜਿਹੜਾ ਰਿਸੀਵਰ ਰਹੂਗਾ ਤਾਂ ਇਹ ਰੇਟ ਰਹੂਗਾ। ਜੇ 2 ਲੱਖ ਤੋਂ ਥੱਲੇ ਗਿਆ ਤੇ ਉਹ ਰੇਟ ਚੇਂਜ ਹੋ ਕੇ ਤੁਹਾਡਾ ਰੇਟ ਵੱਧ ਜਾਂਦਾ। ਜੀ, ਸੋ ਇਹ ਇੱਕ ਕਾਫੀ ਇੰਪੋਰਟੈਂਟ ਚੀਜ਼ ਹੈਗੀ ਆ, ਕਿਉਂਕਿ ਆਪਾਂ ਜੇ ਮੰਨ ਲਓ ਕਿ ਆਪਣੇ 10 ਟਰੱਕ ਚੱਲਦੇ ਹੈਗੇ ਆ, 10 ਟਰੱਕਾਂ ਦੇ ਚੱਲਦੇ ਆ, ਜੇ ਆਪਣੇ 2 ਟਰੱਕ ਖੜ੍ਹ ਗਏ ਤੇ ਕਿਸੇ ਉਸ ਐਸੀ ਫੈਕਟਰਿੰਗ ਕੰਪਨੀ ਦੇ ਨਾਲ ਜਿਹੜਾ ਆਪਣਾ ਕੰਟਰੈਕਟ ਹੈਗਾ ਜਿੱਥੇ ਕਿ ਆਪਣੀ ਵੋਲੀਅਮ ਜਿਹੜੀ ਆ ਆਬਵੀਅਸਲੀ ਜੋ 2 ਟਰੱਕ ਖੜ੍ਹ ਜਾਣੇ ਆ ਤਾਂ ਡਰੋਪ ਹੋ ਜਾਣੀ ਆ, ਡਰੋਪ ਹੋਈ ਤਾਂ ਆਪਣਾ ਇੰਟਰਸਟ ਰੇਟ ਵੱਧ ਜਾਣਾ। ਸੋ ਇਹ ਬਹੁਤ ਮੋਨੀਟਰ ਕਰਨ ਵਾਲੀ ਚੀਜ਼ ਆ ਜਦੋਂ ਤੁਸੀਂ ਕੰਟਰੈਕਟ ਲਿਖਦੇ ਆ ਕਿ ਇੱਦਾਂ ਦੇ ਕੰਟਰੈਕਟ ਦੇ ਵਿੱਚ ਜਿਹੜਾ ਲਿਖਣਾ ਜਾਂ ਫਸਣਾ ਜਿਹੜਾ ਆ ਮੇਰੇ ਖਿਆਲ ਕਾਫੀ ਘਾਤਕ ਹੋ ਸਕਦਾ। ਹਾਂਜੀ, ਪੱਕਾ ਉਹਨੂੰ ਤੁਸੀਂ ਚੈੱਕ ਕਰੋ। ਜਿੱਦਾਂ ਮੈਂ ਅੱਗੇ ਦੱਸਿਆ ਵੀ ਅਸੀਂ ਫਲੈਟ ਹੀ ਰੱਖੀ ਦਾ ਆ, ਸਾਡਾ ਇੱਦਾਂ ਦਾ ਕੋਈ ਨਹੀਂ ਵੀ ਤੁਹਾਡੀ ਵੋਲੀਅਮ ਵਧੀ ਘਟੀ ਤੇ ਅਸੀਂ ਰੇਟ ਚੇਂਜ ਕਰਾਂਗੇ। ਪਰ ਤੁਸੀਂ ਕੰਟਰੈਕਟ ਪੜ੍ਹੋ। ਮੈਂ ਇੱਦਾਂ ਦੇ ਕਈ ਕੰਟਰੈਕਟ ਦੇਖੇ ਆ ਵੀ ਉਹਨਾਂ ਨੇ ਕਿਹਾ ਵੀ ਜੇ ਤੁਹਾਡਾ 1 ਲੱਖ ਆ ਤੁਹਾਡਾ ਇਹ ਰੇਟ ਆ, ਜੇ ਉਦੋਂ ਥੱਲੇ ਆਇਆ ਤਾਂ ਇਹ ਰੇਟ ਹੋਣਾ। ਜੇ ਉਹਨਾਂ ਨੇ ਤੁਹਾਨੂੰ ਰੇਟ ਹੋਰ ਘੱਟ ਦਿੱਤਾ ਆ ਤਾਂ ਉਹਨਾਂ ਨੇ ਓਕੇ ਕਹਿ ਦੇਣਾ ਵੀ 3 ਲੱਖ ਤੁਹਾਡਾ ਵੋਲੀਅਮ ਰਹਿਣਾ ਚਾਹੀਦਾ। ਜਿੱਦਾਂ ਹੀ 3 ਲੱਖ ਤੋਂ ਥੱਲੇ ਆਉਂਦਾ ਅਤੇ ਉਹਨਾਂ ਨੇ ਤੁਹਾਡਾ ਰੇਟ ਜਿਹੜਾ ਵਧਾ ਦੇਣਾ। ਤੁਹਾਡੇ ਪੱਕਾ ਕੰਟਰੈਕਟ ਵਿੱਚ ਲਿਖਿਆ ਹੋਊਗਾ ਅਤੇ ਹਮੇਸ਼ਾ ਜਿਹੜਾ ਕੰਟਰੈਕਟ ਸਾਈਨ ਕਰਨ ਤੋਂ ਪਹਿਲਾਂ ਤੁਸੀਂ ਇਹ ਚੀਜ਼ਾਂ ਜ਼ਰੂਰ ਪੜ੍ਹੋ। ਅੱਛਾ ਜੀ, ਹੁਣ ਇਸ ਤੋਂ ਅੱਗੇ ਚੱਲੀ ਵੀ ਅਗਲੀ ਜਿਹੜੀ ਕੰਡੀਸ਼ਨ ਕੀ ਦੇਖਣੀ ਜ਼ਰੂਰੀ ਹੈਗੀ ਆ? ਮੇਰੇ ਖਿਆਲ ਲੈਂਥ ਆਫ ਕੰਟਰੈਕਟ ਵੀ ਬਹੁਤ ਜ਼ਰੂਰੀ ਹੋਊਗਾ। ਹਾਂਜੀ, ਮੈਂ ਰੀਸੈਂਟਲੀ ਹੁਣ ਇੱਕ ਕਲਾਇੰਟ ਮੇਰੇ ਨਾਲ ਆਉਣਾ ਚਾਹੁੰਦਾ ਆ ਕਿਸੇ ਹੋਰ ਫੈਕਟਰਿੰਗ ਕੰਪਨੀ ਤੋਂ, ਉਹਦੇ ਨਾਲ ਹੈਪੀ ਨੀਗਾ ਉਹ, ਅਤੇ ਉਹ ਛੱਡ ਕੇ ਆਉਣਾ ਚਾਹੁੰਦਾ। ਅਤੇ ਹੁਣ ਅਸੀਂ ਜਦੋਂ ਚੈੱਕ ਕੀਤਾ ਤਾਂ ਉਹ ਕੰਟਰੈਕਟ 2 ਸਾਲਾਂ ਦਾ ਕੀਤਾ ਹੋਇਆ।
ਵਾਹ। ਸਟੈਂਡਰਡ ਜਿਹੜਾ ਆ ਉਹ 1 ਸਾਲ ਦਾ ਕੰਟਰੈਕਟ ਸਾਰੀਆਂ ਕੰਪਨੀਆਂ ਕਰਦੀਆਂ ਆ, ਪਰ ਉਹਨਾਂ ਨੇ 2 ਸਾਲਾਂ ਦਾ ਕੰਟਰੈਕਟ ਕੀਤਾ ਹੋਇਆ, ਤੇ ਜੇ ਹੁਣ ਛੱਡ ਕੇ ਆਉਂਦਾ ਤੇ ਉਹਨੂੰ ਪੈਨਲਟੀ ਪਾਉਂਦੇ ਆ ਉਹ, ਤੇ ਇਸ ਕਰਕੇ ਉਹ ਹੁਣ ਮੇਰੇ ਨਾਲ ਆ ਨਹੀਂ ਸਕਦਾ ਜੀ। ਤੇ ਬਾਈ ਜਿਹੜੀ ਪੈਨਲਟੀ ਹੈਗੀ ਆ, ਜਿਹੜੀ ਕੰਟਰੈਕਟ ਤੋੜਨ ਦੀ ਪੈਨਲਟੀ ਆ, ਉਹਨੂੰ ਕੈਲਕੂਲੇਸ਼ਨ ਕਿੱਦਾਂ ਹੁੰਦੀ ਹੈ ਵੀ ਕਿੰਨੀ ਪੈਨਲਟੀ ਲੱਗੂਗੀ ਇਹਦੀ? ਹਾਂਜੀ, ਨਾਰਮਲੀ ਉਹਨਾਂ ਨੇ ਇਹ ਰੱਖਿਆ ਹੁੰਦਾ ਵੀ ਜਿੰਨੀ ਤੁਹਾਨੂੰ ਉਹਨਾਂ ਨੇ ਲਿਮਿਟ ਦਿੱਤੀ ਹੋਈ ਆ ਉਹਦੀ ਪਰਸੈਂਟੇਜ ਹੁੰਦੀ ਆ, ਵੀ ਜਿੰਨੀ ਤੁਹਾਨੂੰ ਲਿਮਿਟ ਦਿੱਤੀ ਆ ਉਹਦੀ ਪਰਸੈਂਟੇਜ ਆ, ਉਹ ਹੁਣ ਡਿਪੈਂਡ ਕਰਦਾ, ਹਰ ਫੈਕਟਰਿੰਗ ਕੰਪਨੀ ਡਿਫਰੈਂਟ ਆ, ਉਹਨਾਂ ਨੇ ਉਹਦਾ 1% ਰੱਖਿਆ ਕਿ ਉਹਦਾ 2% ਰੱਖਿਆ। ਅੱਛਾ, ਜੇ ਮੰਨ ਲਓ ਕਿਸੇ ਦੀ $3 ਲੱਖ ਦੀ ਲਿਮਿਟ ਹੈਗੀ ਆ ਤੇ ਉਹਦਾ 2% ਹੈਗਾ ਤਾਂ $6,000 ਹੋ ਗਿਆ। ਹਾਂਜੀ, ਤੇ $6,000 ਕਿੰਨੇ ਮਹੀਨਿਆਂ ਵਾਸਤੇ ਉਹਨਾਂ ਨੂੰ ਦੇਣਾ ਪਊਗਾ? ਨਹੀਂ, ਉਹਦਾ ਇਹ ਹੁੰਦਾ ਵੀ ਜੇ ਤੁਸੀਂ ਛੱਡਣਾ ਚਾਹੁੰਦੇ ਆ ਫਿਰ ਤਾਂ ਰਾਈਟ ਵੇ ਦੇ ਕੇ ਛੱਡਣਾ ਪਊਗਾ, ਜਾਂ ਜਿਹੜੀ ਨਵੀਂ ਫੈਕਟਰਿੰਗ ਕੰਪਨੀ ਕੋਲ ਤੁਸੀਂ ਜਾ ਰਹੇ ਆ ਉਹ ਪੈਸੇ ਦੇ ਕੇ ਤੇ ਤੁਹਾਡੇ ਕੋਲ ਬਾਅਦ 'ਚ ਹੌਲੀ ਰਿਕਵਰ ਕਰ ਸਕਦੇ। ਤੇ ਮਤਲਬ ਕੀ ਕਹਿਣ ਦਾ ਵੀ ਜੇ ਮਤਲਬ ਕਿ 2% ਹੈਗਾ ਆ 3 ਲੱਖ ਦਾ ਤੇ $6,000 ਤੁਸੀਂ ਦੇ ਕੇ ਤੇ ਤੁਸੀਂ ਆਊਟ ਹੋ ਸਕਦੇ ਹੋ ਉਸ ਕੰਟਰੈਕਟ ਦੇ ਵਿੱਚੋਂ। ਨਾਰਮਲੀ ਮੰਨ ਲਓ ਇਹ ਇੰਨਾ ਕੁ ਸਟੈਂਡਰਡ ਹੁੰਦਾ, ਪਰ ਮੇਰੇ ਖਿਆਲ $6,000 ਵੀ ਕਾਫੀ ਹੋ ਗਿਆ ਭਾਜੀ ਕਿ ਜੇ ਦੇ ਕੇ ਕਿਸੇ ਨੂੰ ਛੱਡਣਾ ਪਵੇ ਕੰਟਰੈਕਟ। ਹਾਂਜੀ, ਬਿਲਕੁਲ। ਇਸੇ ਕਰਕੇ ਕਿ ਮੈਂ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਵੀ ਤੁਸੀਂ ਜਦੋਂ ਪਹਿਲਾਂ ਫੈਕਟਰਿੰਗ ਕੰਪਨੀ ਸਿਲੈਕਟ ਕਰਦੇ ਆ ਤੇ ਐਡੀ ਕੋਈ ਐਮਰਜੈਂਸੀ ਵਾਲੀ ਗੱਲ ਨਹੀਂ ਹੁੰਦੀ, ਤੁਸੀਂ ਆਪਣਾ ਟਾਈਮ ਲਾਓ, ਚੰਗੀ ਤਰ੍ਹਾਂ ਗੱਲ ਕਰੋ, ਕਲੀਅਰ ਗੱਲ ਕਰੋ, ਕੰਟਰੈਕਟ ਪੜ੍ਹੋ ਵੀ ਉਹਦੇ ਵਿੱਚ ਕੀ ਲਿਖਿਆ ਆ। ਤੇ ਮੈਂ ਇੱਦਾਂ ਵੀ ਦੇਖਿਆ ਵੀ ਜਿਹੜੀਆਂ ਫੈਕਟਰਿੰਗ ਕੰਪਨੀਆਂ ਬਹੁਤ ਸਾਰੀਆਂ ਉਹ ਆਟੋ ਰੀਨਿਊ ਕਰ ਦਿੰਦੀਆਂ ਕੰਟਰੈਕਟ, ਤੇ ਉਹ ਵੀ ਤੁਸੀਂ ਦੇਖਣਾ ਵੀ ਕੰਟਰੈਕਟ ਵਿੱਚ ਆਟੋ ਰੀਨਿਊ ਨਹੀਂ ਲਿਖਿਆ ਹੋਇਆ, ਤੇ ਉਹਦੇ ਵਿੱਚ ਇਹ ਹੁੰਦਾ ਵੀ ਜਿੱਦਾਂ ਤੁਹਾਡਾ ਕੰਟਰੈਕਟ ਅੱਜ ਖਤਮ ਹੋ ਰਿਹਾ ਤੇ ਜੇ ਤੁਸੀਂ ਕੱਲ੍ਹ ਨੂੰ ਉਹਨਾਂ ਨੂੰ ਕਿਹਾ ਵੀ ਮੈਂ ਹੁਣ ਗਾਂ ਫੈਕਟਰੀ ਨਹੀਂ ਕਰਾਉਣੀ, ਤੇ ਉਹਨਾਂ ਨੇ ਕਹਿਣਾ ਵੀ ਆਲਰੇਡੀ ਤੁਹਾਡਾ ਜਿਹੜਾ ਕੰਟਰੈਕਟ ਹੈ ਉਹ ਆਟੋ ਰੀਨਿਊ ਹੋ ਗਿਆ ਆ, ਤੇ ਇਸ ਕਰਕੇ ਹੁਣ ਤੁਹਾਨੂੰ ਪੈਨਲਟੀ ਪੈ ਕੇ ਹੀ ਤੁਸੀਂ ਛੱਡ ਸਕਦੇ ਹੋ, ਉੱਦਾਂ ਨਹੀਂ ਛੱਡ ਸਕਦੇ। ਸੋ ਮੇਰੇ ਖਿਆਲ ਦੇ ਵਿੱਚ ਆਟੋ ਰੀਨਿਊ ਤਾਂ ਟੋਟਲੀ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਤੁਸੀਂ ਕੰਪਨੀ ਦੇ ਨਾਲ ਖੁਸ਼ ਨਹੀਂ ਹੈਗੇ ਤੇ ਆਲਮੋਸਟ ਜੇ ਸਾਲ ਦਾ ਸਮਾਂ ਵੀ ਹੈ ਤੁਸੀਂ ਪੂਰਾ ਕਰਕੇ ਐਟਲੀਸਟ ਛੱਡ ਕੇ ਜਾ ਸਕਦੇ ਹੋ ਉਹਨਾਂ ਨੂੰ। ਆਟੋ ਰੀਨਿਊ ਹੋਇਆ ਤੇ ਫਿਰ ਤਾਂ ਬਿਲਕੁਲ ਜਿੱਦਾਂ ਕਿ 11 ਮਹੀਨੇ ਪਹਿਲਾਂ ਫੁੱਲ ਨੋਟਿਸ ਦੇ ਕੇ ਤੇ ਫਿਰ ਹੀ ਤੁਸੀਂ ਪ੍ਰੋਪਰਲੀ ਕਰ ਸਕਦੇ ਆ। ਪਰ ਜਿੱਦਾਂ ਦੀ ਟਰੱਕਿੰਗ ਦੇ ਵਿੱਚ ਬਿਜ਼ੀ ਜ਼ਿੰਦਗੀ ਹੈਗੀ ਹੈ, ਮੇਰੇ ਖਿਆਲ ਟਾਈਮ ਤੇ ਡੇ ਜਿਹੜੇ ਬਹੁਤ ਔਖੇ ਆ ਰੱਖਣੇ, ਚੇਤੇ ਰੱਖਣੇ। ਹਾਂਜੀ, ਉਹੀ ਗੱਲ ਆ। ਫਿਰ ਜਦੋਂ ਆਪਾਂ ਸਿਰਫ ਇਕੱਲਾ ਘੱਟ ਰੇਟ ਹੀ ਦੇਖਦੇ ਹਾਂ, ਜਦੋਂ ਕੋਈ ਕੰਪਨੀ ਘੱਟ ਰੇਟ ਦਿੰਦੀ ਆ ਤੇ ਫਿਰ ਉਹਨੇ ਪੈਸੇ ਬਣਾਉਣ ਦਾ ਇਹੀ ਤਰੀਕਾ ਹੈ ਵੀ ਉਹ ਤੁਹਾਨੂੰ ਲਗਾਤਾਰ ਆਪਣੇ ਕੋਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਰੱਖ ਸਕੇ, ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਤੋਂ ਬਿਜ਼ਨਸ ਲਵੇ। ਤਾਂ ਉਹਦੇ ਫਿਰ ਦੂਜੇ ਤਰੀਕੇ ਇਹੀ ਆ ਵੀ ਜਿੱਦਾਂ ਤੁਹਾਨੂੰ ਦੱਸਿਆ, ਸਲੈਬਾਂ ਪਾ ਦੇਣੀਆਂ, ਡੇਜ਼ ਦੀਆਂ ਸਲੈਬਾਂ ਪਾ ਦੇਣੀਆਂ, ਵੋਲੀਅਮ ਦੀ ਸਲੈਬ ਪਾ ਦੇਣੀ, ਪਲੱਸ ਆਟੋ ਰੀਨਿਊ ਦਾ ਵਿੱਚ ਪਾ ਦੇਣੀ ਇੱਕ ਲਾਈਨ, ਤੇ ਉਹਦੇ ਵਿੱਚ ਜਦੋਂ ਫਿਰ ਆਟੋ ਰੀਨਿਊ ਹੋ ਜਾਂਦਾ ਤੇ ਫਿਰ ਤੁਸੀਂ ਛੱਡ ਨਹੀਂ ਸਕਦੇ। ਤੇ ਘੱਟ ਰੇਟ ਜਦੋਂ ਵੀ ਤੁਹਾਨੂੰ ਬਹੁਤ ਘੱਟ ਰੇਟ ਮਿਲਿਆ ਜਿਹੜਾ ਟੂ ਗੁੱਡ ਟੂ ਬੀ ਟਰੂ ਲੱਗਦਾ ਆ, ਤੇ ਤੁਹਾਨੂੰ ਪੱਕਾ ਕੰਟਰੈਕਟ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ। ਉਹਦੇ ਗਿਮਿਕਸ ਹੈਗੇ ਆ, ਕਿਤੇ ਨਾ ਕਿਤੇ ਕੋਈ ਨਾ ਕੋਈ ਕੁੰਡੀ ਹੈਗੀ ਉਹਦੀ। ਬਿਲਕੁਲ। ਸੋ ਇਸ ਤੋਂ ਬਾਅਦ ਹੋਰ ਕਿਹੜੀ ਗੱਲ ਜਿਹੜੀ ਇੱਕ ਧਿਆਨ 'ਚ ਰੱਖਣੀ ਚਾਹੀਦੀ ਹੈ ਜਦੋਂ ਫੈਕਟਰਿੰਗ ਕੰਪਨੀ ਦਾ ਆਪਾਂ ਚੈਨ ਕਰਨਾ ਜਾਂ ਫੈਕਟਰਿੰਗ ਕੰਪਨੀ ਚੂਜ਼ ਕਰਨੀ ਆ? ਹੋਰ ਕਿਹੜੀ ਗੱਲ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਐਸੀ ਗੱਲ ਹੋਵੇ ਜਿਹੜੀ ਕਿ ਚੇਤੇ ਰੱਖਣੀ ਜ਼ਰੂਰੀ ਆ? ਹਾਂਜੀ, ਤੁਸੀਂ ਕੰਪਨੀ ਦਾ ਰੈਪੂਟੇਸ਼ਨ ਦੇਖੋ। ਦੂਜੀ ਗੱਲ ਇਹ ਵੀ ਹੁੰਦੀ ਵੀ ਕਸਟਮਰ ਸਰਵਿਸ ਤੁਹਾਨੂੰ ਕਿੱਦਾਂ ਦੀ ਪ੍ਰੋਵਾਈਡ ਕਰ ਰਿਹਾ। ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਉਹਨੂੰ ਕਿੰਨੀ ਛੇਤੀ ਉਹ ਕੰਪਨੀ ਸੋਲਵ ਕਰਦੀ ਆ। ਕਈ ਵਾਰੀ ਤੁਹਾਨੂੰ ਕੋਈ ਬਹੁਤ ਵੱਡਾ ਕਲੇਮ ਪੈ ਜਾਂਦਾ ਆ, ਤੁਹਾਡੇ ਹੱਥ 'ਚ ਨਿਗਾ, ਇਸ ਪਾਰਟ ਆਫ ਯੂਰ ਬਿਜ਼ਨਸ। ਕੋਈ ਕਲੇਮ ਪੈ ਗਿਆ, ਬਹੁਤ ਵੱਡਾ ਕਲੇਮ ਪੈ ਗਿਆ, 1 ਲੱਖ ਦਾ ਕਲੇਮ ਪੈ ਗਿਆ, ਅਤੇ ਤੁਸੀਂ ਦੇਖੋ ਵੀ ਕਿਹੜੀ ਕੰਪਨੀ ਜਿਹੜੀ ਆ ਉਹ ਤੁਹਾਨੂੰ ਕਿੱਦਾਂ ਉਹਨੂੰ ਹੈਂਡਲ ਕਰਦੀ ਆ। ਰਾਈਟ ਵੇ ਤੁਹਾਡੇ ਪੈਸੇ ਕੱਟਣੇ ਸ਼ੁਰੂ ਕਰ ਦਿੰਦੀ ਆ, ਇਕੱਠਾ ਹੀ 10,000 ਕੱਟ ਲੈਂਦੀ ਆ, ਜਾਂ ਥੋੜ੍ਹੇ ਕੱਟ ਕੇ ਤੁਹਾਡੇ ਹਰ ਬੈਚ ਵਿੱਚੋਂ $1,000 ਕਰਕੇ ਹੌਲੀ ਕੁਛ ਮਹੀਨਿਆਂ ਵਿੱਚ ਉਹਨੂੰ ਕਵਰ ਕਰਦੀ ਆ। ਅਤੇ ਇਹ ਚੀਜ਼ਾਂ ਵੀ ਦੇਖਣ ਵਾਲੀਆਂ। ਤੁਸੀਂ ਪਹਿਲਾਂ ਉਹਨਾਂ ਨਾਲ ਡਿਸਕਸ ਕਰ ਲਓ ਵੀ ਜੇ ਮੇਰੇ ਨਾਲ ਇੱਦਾਂ ਹੋਈ ਤਾਂ ਤੁਸੀਂ ਉਹਨੂੰ ਕਿੱਦਾਂ ਹੈਂਡਲ ਕਰੋਗੇ। ਜੇ ਮੇਰੇ 'ਤੇ ਕਲੇਮ ਪੈ ਗਿਆ ਅਤੇ ਤੁਸੀਂ ਮੈਨੂੰ ਰਾਈਟ ਵੇ ਚਾਰਜ ਕਰੋਗੇ, 2 ਮਹੀਨਿਆਂ 'ਚ ਕਵਰ ਕਰੋਗੇ, 4 'ਚ ਕਰੋਗੇ, 5 'ਚ ਕਰੋਗੇ, ਅਤੇ ਕਿੱਦਾਂ ਤੁਸੀਂ ਉਹਨੂੰ ਹੈਂਡਲ ਕਰਦੇ ਆ। ਇਹ ਵੀ ਬਹੁਤ ਵੱਡਾ ਗੱਲ ਹੈ। ਸੋ ਕਸਟਮਰ ਸਰਵਿਸ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ, ਔਰ ਖਾਸ ਕਰਕੇ ਫੈਕਟਰਿੰਗ ਦੇ ਮਾਮਲੇ 'ਚ ਮੈਂ ਕਈ ਵਾਰੀ ਇਹ ਦੇਖਿਆ ਹੈਗਾ ਕਿ ਕਸਟਮਰ ਸਰਵਿਸ ਦਾ ਬਹੁਤ ਜ਼ਿਆਦਾ ਹੱਥ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੀਆਂ ਇਨਵੋਇਸਿਸ ਸਬਮਿਟ ਕਰਦੇ ਆ, ਤੁਹਾਡੀਆਂ ਇਨਵੋਇਸਿਸ ਕਿੱਦਾਂ ਪ੍ਰੋਸੈਸ ਹੁੰਦੀਆਂ, ਤੁਹਾਨੂੰ ਕਿੰਨੀ ਕੁ ਨੋਟੀਫਿਕੇਸ਼ਨ ਆਉਂਦੀ ਆ, ਕਿਹੜੇ ਢੰਗ ਦੇ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਜਾਂਦੀ ਆ, ਔਰ ਕਿੰਨੀ ਕੁ ਜਲਦੀ ਤੁਹਾਡੀ ਜਿਹੜੀ ਸਿਚੁਏਸ਼ਨ ਹੈਗੀ ਉਹਨੂੰ ਰਿਸਪੌਂਸ ਕੀਤਾ ਜਾਂਦਾ। ਇਹ ਕਾਫੀ ਮੈਟਰ ਕਰਦੀਆਂ ਗੱਲਾਂ। ਹਾਂਜੀ, ਉਹੀ ਗੱਲ ਹੈ। ਫਿਰ ਜਦੋਂ ਆਪਾਂ ਬਹੁਤ ਘੱਟ ਰੇਟ 'ਤੇ ਆਪਾਂ ਜਦੋਂ ਫੈਕਟਰਿੰਗ ਕਰਵਾਉਂਦੇ ਹਾਂ, ਅਤੇ ਹੁਣ ਕੰਪਨੀ ਨੇ ਪ੍ਰੋਫਿਟ 'ਤੇ ਬਣਾਉਣਾ ਹੀ ਆ। ਤੁਸੀਂ ਵੀ ਪ੍ਰੋਫਿਟ ਬਣਾਉਣ ਲਈ ਬਿਜ਼ਨਸ ਕਰ ਰਹੇ ਆ, ਫੈਕਟਰਿੰਗ ਕੰਪਨੀ ਵੀ ਜਿਹੜੀ ਆ ਉਹ ਪ੍ਰੋਫਿਟ ਲੈਣ ਲਈ ਹੀ ਬਿਜ਼ਨਸ ਕਰ ਰਹੀ ਆ ਜੀ। ਅਤੇ ਜਦੋਂ ਉਹਨੇ ਤੁਹਾਨੂੰ ਬਹੁਤ ਘੱਟ ਰੇਟ ਦਿੱਤਾ ਆ, ਅਤੇ ਉਹਨੇ ਆਪਣੇ ਇੰਪਲਾਈ ਉਹਨੇ ਘੱਟ ਰੱਖਣੇ ਆ, ਉਹਨੇ ਕਾਲਾਂ ਕਰਨ ਵਾਲੇ ਉਹਨਾਂ ਦੇ ਘੱਟ ਹੋਣਗੇ, ਉਹਨੇ ਹੀ ਤੁਹਾਨੂੰ ਈਮੇਲਾਂ ਕਰਨ ਵਾਲੇ ਘੱਟ ਹੋਣਗੇ। ਅਤੇ ਇਸ ਕਰਕੇ ਜਿਹੜੀ ਆ ਜਿੰਨਾ ਘੱਟ ਰੇਟ ਹੋਊਗਾ, ਮੇਰੇ ਹਿਸਾਬ ਨਾਲ ਹਰ ਫੈਕਟਰਿੰਗ ਕੰਪਨੀ ਦਾ ਨਹੀਂ ਮੈਂ ਕਹਿ ਸਕਦਾ, ਕੁਛ ਵੱਡੀਆਂ ਕੰਪਨੀਆਂ ਹੋ ਸਕਦਾ ਉਹ ਕਿਸੇ ਤਰ੍ਹਾਂ ਇਹ ਮੇਨਟੇਨ ਕਰ ਸਕਦੀਆਂ ਵੀ ਤੁਹਾਨੂੰ ਘੱਟ ਰੇਟ ਦੇ ਕੇ ਵੀ ਗੁੱਡ ਕਸਟਮਰ ਸਰਵਿਸ ਦਿੰਦੀਆਂ ਹੋਣਗੀਆਂ। ਪਰ ਨਾਰਮਲੀ ਜਿਹੜਾ ਸਟੈਂਡਰਡ ਉਹ ਇਹੀ ਹੋਊਗਾ ਵੀ ਜੇ ਬਹੁਤ ਘੱਟ ਰੇਟ ਤੁਹਾਨੂੰ ਦਿੱਤਾ ਆ, ਤਾਂ ਕਸਟਮਰ ਸਰਵਿਸ ਉਨੀ ਵਧੀਆ ਕਦੀ ਵੀ ਤੁਹਾਨੂੰ ਨਹੀਂ ਮਿਲ ਸਕਦੀ।
ਸੋ ਜ਼ਰੂਰੀ ਨਹੀਂ ਕਿ ਜਿਹੜਾ ਸਸਤਾ ਹੋਵੇ ਹਮੇਸ਼ਾ ਹੀ ਚੰਗਾ ਹੋਵੇ। ਸੋ ਇਹ ਚੀਜ਼ ਜਿਹੜੀ ਹੈ ਮੇਰੇ ਖਿਆਲ ਬੋਈ ਭਾਈ ਦੇ ਕਹਿਣ ਦੇ ਮੁਤਾਬਿਕ ਇਹ ਕਹਿ ਸਕਦੇ ਹਾਂ ਕਿ ਸਸਤਾ ਹਮੇਸ਼ਾ ਚੰਗਾ ਨਹੀਂ ਹੁੰਦਾ, ਪਰ ਕਈ ਵਾਰੀ ਸਸਤਾ ਲੈਣ ਵਾਸਤੇ ਜੇ ਤੁਸੀਂ ਆਪਣੀ ਥੋੜ੍ਹੀ ਜਿਹੀਆਂ ਨਜ਼ਰਾਂ ਖੁੱਲ੍ਹੀਆਂ ਰੱਖੋ, ਆਪਣੇ ਕੰਨ ਖੁੱਲ੍ਹੇ ਰੱਖੋ, ਧਿਆਨ ਨਾਲ ਕੰਟਰੈਕਟ ਪੜ੍ਹੋ, ਅਤੇ ਤੁਸੀਂ ਸਸਤਾ ਕੰਟਰੈਕਟ, ਸਸਤਾ ਜਿਹੜਾ ਕੰਮ ਆ ਉਹ ਵੀ ਲੈ ਸਕਦੇ ਆ ਔਰ ਚੰਗਾ ਵੀ ਹੋਊਗਾ। ਸੋ ਮੇਰੇ ਖਿਆਲ ਦੇ ਵਿੱਚ ਮੈਂ ਬੋਈ ਭਾਜੀ ਹੁਣਾਂ ਨਾਲ ਪਿਛਲੇ ਕਾਫੀ ਸਾਲਾਂ ਦੇ ਉੱਤੋਂ ਜੁੜਿਆ ਹਾਂ ਔਰ ਇਹਨਾਂ ਦਾ ਕੰਮ ਦੇਖ ਰਿਹਾ ਹੈਗਾ। ਮੇਰੇ ਖਿਆਲ ਦੇ ਵਿੱਚ ਕਾਫੀ ਵਧੀਆ ਇਹਨਾਂ ਦੀ ਕਸਟਮਰ ਸਰਵਿਸ ਹੈਗੀ ਆ ਔਰ ਕਾਫੀ ਵਧੀਆ ਤੁਹਾਡੇ ਨਾਲ ਡੀਲ ਕਰਦੇ ਆ। ਸੋ ਪਲੀਜ਼ ਬੋਈ ਭਾਜੀ ਇੱਕ ਵਾਰੀ ਫਿਰ ਆਪਣਾ ਜਿਹੜਾ ਨੰਬਰ ਆ ਜ਼ਰੂਰ ਸ਼ੇਅਰ ਕਰ ਦਿਓ, ਅਤੇ ਨੰਬਰ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਮੈਂ ਕਹੂੰਗਾ ਕਿ ਕੋਈ ਐਸਾ ਇੱਕ ਜਿਹੜਾ ਚੀਜ਼ ਤੁਹਾਨੂੰ ਭੁੱਲ ਗਈ ਹੋਵੇ ਜਾਂ ਤੁਹਾਡੇ ਦਿਮਾਗ 'ਚ ਜ਼ਿਹਨ 'ਚ ਹੋਵੇ ਵੀ ਜਿਹੜੀ ਦੱਸਣੀ ਜ਼ਰੂਰੀ ਆ ਆਪਣੇ ਸੁਣਨ ਵਾਲਿਆਂ ਨੂੰ। ਹਾਂਜੀ, ਮੇਰਾ ਨਾਮ ਬੋਬੀ ਢਿੱਲੋਂ ਆ, ਬੈਨ ਫਰਾਂਸ ਕੈਲੀਫੋਰਨੀਆ ਇੰਕ DBA ਰੈਵੋਲੂਸ਼ਨ ਕੈਪੀਟਲ ਅਤੇ ਫ੍ਰੀਜਨੋ ਬੇਸਡ ਆ ਮੈਂ, ਅਤੇ ਫ਼ੋਨ ਨੰਬਰ ਹੈਗਾ 5599009001 ਅਤੇ ਪੰਜਾਬੀ ਵਿੱਚ 559-900-9001। ਅਤੇ ਦੂਜੀ ਗੱਲ ਇਹ ਆ, ਜਿੱਦਾਂ ਤੁਸੀਂ ਕਿਹਾ ਸੀ ਵੀ ਕਸਟਮਰ ਸਰਵਿਸ ਵਾਲੀ ਗੱਲ, ਨੋਰਮਲੀ ਇਹ ਹੁੰਦਾ ਵੀ ਸਾਰੀਆਂ ਕੰਪਨੀਆਂ ਜਿਹੜੀਆਂ ਉਹ 8 to 5 9 to 5 ਕੰਮ ਕਰਦੀਆਂ, ਉਸ ਤੋਂ ਬਾਅਦ ਤੁਸੀਂ ਕੋਈ ਉਹਨਾਂ ਤੋਂ ਪੁੱਛ ਨਹੀਂ, ਕੋਈ ਵੀ ਤੁਹਾਨੂੰ ਕੁਐਸਚਨ ਹੈ ਅਤੇ ਤੁਸੀਂ ਉਹਨਾਂ ਕੋਲ ਮਤਲਬ ਹੱਲ ਨਹੀਂ ਕਰ ਸਕਦੇ ਤੁਹਾਡੀ ਜੀ। ਪਰ ਜਦੋਂ ਤੱਕ ਮੈਂ ਇੱਥੇ ਆਪਣੀ ਫੈਕਟਰਿੰਗ ਸ਼ੁਰੂ ਕੀਤੀ ਹੈ ਇਸ ਕੰਪਨੀ ਦੇ ਨਾਲ, ਅਤੇ ਉਦੋਂ ਤੋਂ ਮੈਂ ਕੋਈ ਵੀ ਮੈਨੂੰ ਜਿਹੜਾ ਹੈ ਕੋਈ ਐਮਰਜੈਂਸੀ ਆ ਕਦੀ ਵੀ ਕੋਈ ਵੀ ਕਾਲ ਕਰ ਸਕਦਾ। ਆਫਟਰ ਆਫਿਸ ਆਵਰ ਵੀ ਮੈਂ ਹੈਂਡਲ ਕਰਦਾ ਉਹਨਾਂ ਨੂੰ। ਜੇ ਕੋਈ ਜੈਨੂਨ ਪ੍ਰੋਬਲਮ ਹੈ, ਐਮਰਜੈਂਸੀ ਆ, ਉਹਨਾਂ ਨੂੰ ਲੱਗਦਾ ਵੀ ਮੈਨੂੰ ਹੁਣੇ ਇਹਦਾ ਆਨਸਰ ਚਾਹੀਦਾ, ਅਤੇ ਮੈਂ ਆਫਟਰ ਆਵਰ ਵੀ ਜਿਹੜਾ ਉਹਨੂੰ ਹੈਂਡਲ ਕਰ ਲੈਂਦਾ। ਬਿਲਕੁਲ ਜੀ, ਜਿੱਦਾਂ ਬੋਈ ਭਾਜੀ ਨੇ ਕਿਹਾ ਕਿ ਆਫਟਰ ਆਵਰਸ ਦੀ ਮੈਂ ਬਿਲਕੁਲ ਇਸ ਚੀਜ਼ ਦੇ ਉੱਤੇ ਮੰਨਦਾ ਕਿ ਬੋਈ ਭਾਜੀ ਨੂੰ ਜਦੋਂ ਵੀ ਕਾਲ ਕਰ ਲਈਏ ਅਤੇ ਜ਼ਰੂਰ ਕਾਲ ਆਨਸਰ ਕਰਦੇ ਆ ਔਰ ਜਿਹੜੀ ਵੀ ਪ੍ਰੋਬਲਮ ਹੁੰਦੀ ਉਹਨੂੰ ਹੱਲ ਕਰਦੇ ਆ, ਪਰ ਮੇਕ ਸ਼ੋਰ ਉਹ ਪ੍ਰੋਬਲਮ ਜੈਨੂਨ ਹੋਵੇ। ਇਹ ਨਾ ਹੋਵੇ ਵੀ ਆਪਾਂ ਹਾਲ ਚਾਲ ਪੁੱਛਣ ਨੂੰ ਹੀ ਆਫਟਰ ਆਵਰ ਕਾਲ ਕਰ ਲਈਏ। ਸੋ ਕੰਮ ਵਾਸਤੇ ਜ਼ਰੂਰ ਤੁਸੀਂ ਜਦੋਂ ਵੀ ਉਹਨਾਂ ਨੂੰ ਮਰਜ਼ੀ ਡਾਇਲ ਕਰ ਸਕਦੇ ਆ, ਰਾਤ ਦੇ 12 ਵਜੇ ਤੋਂ ਪਹਿਲਾਂ ਛੱਡ ਕੇ। ਅਤੇ ਬਾਕੀ ਜਿਹੜੀ ਗੱਲਬਾਤ ਹੈ ਜੀ, ਇੱਦਾਂ ਹੀ ਆਪਾਂ ਅਗਲੇ ਆਉਣ ਵਾਲੇ ਜਿਹੜੇ ਐਪੀਸੋਡ ਹੈਗੇ ਉਹਨਾਂ ਦੇ ਵਿੱਚ ਜਾਰੀ ਰੱਖਾਂਗੇ। ਅੱਜ ਦਾ ਇਹ ਐਪੀਸੋਡ ਜਿਹੜਾ ਸੀਗਾ ਤੁਹਾਨੂੰ ਕਿਵੇਂ ਦਾ ਲੱਗਿਆ, ਪਲੀਜ਼ ਸਾਨੂੰ info@ramantillotshow ਦੇ ਉੱਤੇ ਈਮੇਲ ਕਰਕੇ ਦੱਸ ਸਕਦੇ ਆ। ਜਿਵੇਂ ਕਿ ਅਸੀਂ ਤੁਹਾਨੂੰ ਲਾਸਟ ਟਾਈਮ ਪ੍ਰੋਮਿਸ ਕੀਤਾ ਸੀਗਾ, ਕੋਸ਼ਿਸ਼ ਕਰਾਂਗੇ ਤੁਹਾਨੂੰ ਫ਼ੋਨ ਨੰਬਰ ਵੀ ਜਲਦੀ ਦਿੱਤਾ ਜਾਵੇ ਜੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੱਸ ਸਕਦੇ ਆ, ਔਰ ਕੋਸ਼ਿਸ਼ ਕਰੋ ਵੀ ਸਾਨੂੰ ਦੱਸੋ ਕਿ ਕਿਹੜੇ ਹੋਰ ਇੰਪੋਰਟੈਂਟ ਮਸਲੇ ਜਿਨ੍ਹਾਂ ਉੱਤੇ ਤੁਸੀਂ ਗੱਲ ਕਰਨੀ ਚਾਹੁੰਦੇ ਆ। ਅਤੇ ਮੇਰੇ ਵੱਲੋਂ ਤੁਹਾਨੂੰ ਆਪ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। Low discounts, fuel, tires, dispatching services, ELDs, factoring, workers compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਇਹਨਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ।